ਆਪਾਂ ਕੱਲ ਵਿਚਾਰ ਕੀਤੀ ਸੀ ਮਹਾਰਾਜ ਦੀ ਬਾਣੀ 'ਚ ਨਾਮ ਜਪਣ ਵਾਲਾ ਸਵਰਗ 'ਚ ਨਹੀਂ ਜਾਂਦਾ, ਨਰਕ 'ਚ ਤੇ ਉਹਨਾਂ ਜਾਣਾ ਹੀ ਨਹੀਂ, ਕਿਉਂਕਿ ਸਵਰਗ ਵਿੱਚ ਜਾਣ ਦੀ ਇੱਛਾ ਨਹੀਂ। ਸਤਿਪੁਰੀਆਂ ਉਂਝ ਮੰਨੀਆਂ ਗਈਆਂ ਨੇ ਵੱਖ-ਵੱਖ। ਰੱਬ ਦਾ ਨਾਮ ਜਪਣ ਵਾਲਾ ਪ੍ਰਭੂ ਕੋਲ ਜਾਂਦਾ ਹੈ, ਰੱਬ ਕੋਲ ਜਾਂਦਾ ਹੈ, ਸਵਰਗਾਂ 'ਚ ਨਹੀਂ ਜਾਂਦਾ। ਇਹ ਜਿਹੜਾ ਸਵਰਗ ਹੈ ਇਹਦੇ ਬਾਰੇ ਜਿਵੇਂ ਬਾਬਾ ਕਬੀਰ ਸਾਹਿਬ ਸ਼੍ਰੋਮਣੀ ਭਗਤ ਆਪ ਜੀ ਫਰਮਾਉਂਦੇ ਨੇ ਬਚਨ, ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਕਹਿੰਦੇ ਮੈਂ ਰਹਿ ਗਿਆ ਦੋਵਾਂ ਤੋਂ, ਨਹੀਂ ਜਾਣ ਦੀ ਇੱਛਾ, ਸਵਰਗਾਂ 'ਚ ਨਰਕ 'ਚ ਜਾਣਾ ਨਹੀਂ। ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ, ਮੈਂ ਰਹੂੰ ਅੰਤ ਅਰ ਆਦ। ਕਹਿੰਦੇ ਜੋ ਪਰਮਾਤਮਾ ਦੇ ਸੋਹਣੇ ਚਰਨਾਂ ਕਮਲਾਂ ਦੀ ਖੁਸ਼ੀ ਹੈ ਉਹਦੇ ਵਿੱਚ ਮੇਰਾ ਮਨ ਟਿਕਿਆ ਰਹਿੰਦਾ ਹੈ। ਇਸ ਤਰ੍ਹਾਂ ਨਾਲ ਇੰਨੀ ਉੱਚੀ ਅਵਸਥਾ ਉਹਦੇ ਵਿੱਚ ਸਾਡਾ ਵਾਸ ਹੈ। ਉਂਝ ਜਿਹੜੀ ਸਵਰਗ ਦੀ ਵਿਆਖਿਆ ਉਹਦਾ ਮਤਲਬ ਇਹ ਕਹਿੰਦੇ ਨੇ ਵਿਦਵਾਨ ਵੀ ਸਵੈ ਵਰਗ ਹੈ, ਜਿੱਥੇ ਜਿੱਥੇ ਆਪਣੇ ਵਰਗਾ ਵਰਗ ਹੈ। ਮੈਂ ਕੀ ਚਾਹੁੰਨਾ, ਜੋ ਮੈਂ ਚਾਹੁੰਨਾ ਜਿੱਥੇ ਹੈ ਉਹਦਾ ਮਤਲਬ ਸਵਰਗ ਹੈ। ਸੋ ਇਸ ਤਰ੍ਹਾਂ ਦਾ ਸਾਧ ਸੰਗਤ ਅਸਥਾਨ ਜਿਹਦੇ ਬਾਰੇ ਬਾਣੀ ਵਿੱਚ ਜ਼ਿਕਰ ਹੈ ਵੀ ਕੋਈ ਹੈ ਐਸਾ ਲੋਕ ਜਿੱਥੇ ਬਹੁਤ ਜ਼ਿਆਦਾ ਸੁੱਖ ਨੇ, ਬੜੀਆਂ ਸਹੂਲਤਾਂ ਨੇ। ਸਾਧ ਸੰਗਤ ਇਹ ਜਿਨ੍ਹਾਂ ਨੇ ਬੰਦਗੀ ਕੀਤੀ ਹੁੰਦੀ ਹੈ, ਸੇਵਾ ਤਪ ਕਰਦੇ ਹਨ ਜਾਂ ਦੁਨੀਆ ਦੇ ਭਲਾ ਕਰਦੇ ਨੇ, ਉਹਨਾਂ ਨੂੰ ਇਹ ਥਾਂ ਮਿਲ ਜਾਂਦੀਆਂ ਨੇ। ਕਾਫੀ ਲੰਮਾ ਸਮਾਂ ਹੋਇਆ, ਇੱਕ ਅੰਗਰੇਜ਼ੀ ਦੇ ਮੈਗਜ਼ੀਨ ਵਿੱਚ ਜ਼ਿਕਰ ਆਇਆ ਸੀ ਕਿ ਇੱਕ ਗੋਰਾ ਤੇ ਗੋਰੀ ਉਹਨਾਂ ਨੇ ਸੰਸਾਰ ਵਿੱਚ ਬੜੀ ਸੇਵਾ ਕੀਤੀ ਲੁਕਾਈ ਦੀ ਆਪਣੇ ਜੀਵਨ ਦੇ ਅੰਦਰ। ਉਹ ਸੇਵਾ ਕਰਦੇ ਸਨ ਤੇ ਹਰ ਇੱਕ ਦੇ ਮਨ ਵਿੱਚ ਹੁੰਦਾ ਹੀ ਹੈ ਮਰਨੋਂ ਉਪਰੰਤ ਮੇਰਾ ਕੀ ਬਣੇਗਾ। ਉਹਨਾਂ ਦੋਵਾਂ ਜਾਣਿਆਂ ਨੇ, ਮੀਆਂ ਬੀਵੀ ਨੇ ਇੱਕ ਦਿਨ ਸਲਾਹ ਕੀਤੀ ਵੀ ਜਿਹੜਾ ਆਪਣੇ ਤੋਂ ਪਹਿਲਾਂ ਸੰਸਾਰ ਤੋਂ ਤੁਰ ਜਾਏਗਾ ਨਾ, ਬਿਲਕੁਲ ਛਾੜ ਜੇ। ਅਲਫਾਜ਼ਾਂ ਵਿੱਚ ਮੈਂ ਆਪ ਨਾਲ ਇਹ ਸਾਂਝੀ ਕਰਦਾ ਵਿਚਾਰ। ਉਹਨਾਂ ਨੇ ਆਖਿਆ ਉਹ ਮਰਨ ਤੋਂ ਬਾਅਦ ਦੂਸਰੇ ਆਪਣੇ ਸਾਥੀ ਨੂੰ ਦੱਸਣ ਆਏਗਾ ਵੀ ਇੰਨੀ ਸੇਵਾ ਕੀਤੀ ਹੈ ਲੁਕਾਈ ਦੀ, ਭਲਾ ਕਰਦਿਆਂ ਹੀ ਲੁਕਾਈ ਦਾ ਆਪਾਂ ਆਪਣਾ ਜੀਵਨ ਗੁਜ਼ਾਰ ਦਿੱਤਾ ਹੈ, ਉਹਦੇ ਨਾਲ ਅੱਗੇ ਕੀ ਬਣਿਆ ਹੈ, ਅੱਗੇ ਕੋਈ ਇਹਦਾ ਉਹਨੂੰ ਫਲ ਮਿਲਿਆ। ਹੋਇਆ ਇਹ ਸਾਧ ਸੰਗਤ ਜਿਹੜੀ ਗੋਰੀ ਸੀ ਉਹਦੀ ਘਰ ਵਾਲੀ ਬੀਬੀ ਉਹ ਪਹਿਲਾਂ ਸੰਸਾਰ ਤੋਂ ਤੁਰ ਗਈ। ਹੁਣ ਕੁਦਰਤੀ ਗੱਲ ਹੈ ਦੂਸਰੇ ਨੇ, ਉਹਦੇ ਘਰ ਵਾਲੇ ਨੇ ਉਹਨੂੰ ਉਡੀਕਣਾ ਹੀ ਸੀ ਵੀ ਉਹ ਆਏਗੀ, ਕਿਉਂਕਿ ਵਚਨ ਕੀਤਾ ਸੀ। ਇਸ ਤਰ੍ਹਾਂ ਲਿਖਿਆ ਸੀ ਕਿ ਬੜਾ ਲੰਮਾ ਸਮਾਂ ਉਹ ਉਡੀਕਦਾ ਰਿਹਾ, ਉਹ ਨਹੀਂ ਆਈ। ਸ਼ਾਇਦ 1.5-2 ਸਾਲ ਲੰਘ ਗਏ। ਉਹਦਾ ਮਨ ਜਿਹੜਾ ਸੀ ਉਹ ਡੋਲ ਗਿਆ। ਵੱਡਿਆਂ ਵੱਡਿਆਂ ਦਾ ਡੋਲ ਜਾਂਦਾ ਹੈ, ਬੰਦਗੀ ਕਰਨ ਵਾਲਿਆਂ ਦਾ ਵੀ ਡੋਲ ਜਾਂਦਾ ਹੈ। ਕਈ ਵਾਰ ਸਾਧ ਸੰਗਤ ਮਨ ਡੋਲਦਾ ਹੈ ਵੀ ਪਤਾ ਨਹੀਂ ਇਹ ਜਿਹੜੀ ਬੰਦਗੀ ਕਰ ਰਹੇ ਆ, ਨਿਤਨੇਮ ਕਰ ਰਹੇ ਆ, ਇਹ ਥਾਂ ਪਵੇਗਾ ਕਿ ਨਹੀਂ। ਇਸ ਤਰ੍ਹਾਂ ਹੋ ਜਾਂਦਾ ਹੈ। ਅੰਮ੍ਰਿਤ ਵੇਲੇ ਸਾਂਭਣ ਵਾਲਿਆਂ ਦੇ ਅੰਮ੍ਰਿਤ ਵੇਲੇ ਖੁੰਝ ਜਾਂਦੇ ਨੇ, ਅੰਮ੍ਰਿਤ ਛਕਿਆ ਹੁੰਦਾ ਹੈ, ਅੰਮ੍ਰਿਤ ਛੱਡ ਦਿੰਦੇ ਨੇ, ਕਕਾਰ ਲਾ ਦਿੰਦੇ ਨੇ। ਇਸ ਤਰ੍ਹਾਂ ਮਨ ਡੋਲਦਾ ਹੈ ਜਦੋਂ ਅੰਤਰਾਤਮਿਓ। ਇਹਦੇ ਬਾਰੇ ਮਹਾਰਾਜ ਨੇ ਬਾਣੀ ਚ ਆਖਿਆ ਜਦੋਂ ਵੀ ਮਨ ਡੋਲੇ, ਮਨ ਵਿੱਚ ਸ਼ੰਕਾ ਆਏ ਕਿਸੇ ਪ੍ਰਕਾਰ ਦਾ, ਆਪਣੇ ਗੁਰਾਂ ਪਰਥਾਏ, ਰੱਬ ਦੇ ਪਰਥਾਏ, ਅਰਦਾਸ ਦਾ ਸਹਾਰਾ ਲਵੇ। ਸਾਹਿਬ ਦੀ ਬਾਣੀ ਚ ਬਚਨ ਹੈ, ਡੰਡੋਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਉਹਦਾ ਮਨ ਡੋਲ ਗਿਆ। ਹੁਣ ਉਹ ਦੁਨੀਆ ਵਿੱਚ ਪ੍ਰਤਿਸ਼ਠਿਤ ਇਨਸਾਨ ਸੀ। ਸਾਧ ਸੰਗਤ ਇਹ ਖਿਆਲ ਰੱਖਣਾ ਹੈ, ਜਿਹੜਾ ਪ੍ਰਤਿਸ਼ਠਿਤ ਇਨਸਾਨ ਹੁੰਦਾ ਨਾ, ਜਿਹਦੀ ਦੁਨੀਆ 'ਚ ਮਹਿਮਾ ਬਹੁਤ ਹੁੰਦੀ ਹੈ, ਉਹ ਕੁਦਰਤੀ ਗੱਲ ਉਹਨੂੰ ਲੋਕ ਬਹੁਤ ਜਾਣਦੇ, ਜੋ ਕਹਿੰਦਾ ਲੋਕ ਉਹਦੀ ਸੁਣਦੇ ਨੇ, ਮੰਨਦੇ ਨੇ। ਜਿਹਨੂੰ ਜਾਣਦਾ ਹੀ ਕੋਈ ਨਹੀਂ, ਉਹਦੀ ਕਿਸੇ ਨੇ ਕੀ ਸੁਣਨੀ ਤੇ ਕੀ ਮੰਨਣੀ ਹੈ। ਇਸ ਤਰ੍ਹਾਂ ਨਾਲ ਸਾਧ ਸੰਗਤ ਉਹ ਬੈਠ ਗਿਆ। ਇੱਕ ਦਿਨ ਆਪਣੇ ਟੇਬਲ ਦੇ ਉੱਪਰ ਲਿਖਣ ਲੱਗਾ। ਲਿਖਣੇ ਲੱਗਾ, ਉਹਨੇ ਫੈਸਲਾ ਕੀਤਾ ਵੀ ਮਰਨ ਤੋਂ ਬਾਅਦ ਨਹੀਂ ਕੁਝ ਮਿਲਦਾ, ਜਿੰਨੀ ਮਰਜ਼ੀ ਸੇਵਾ ਕਰ ਲੋ, ਇਹਦਾ ਕੋਈ ਫਲ ਨਹੀਂ। ਉਹ ਇਸ ਤਰ੍ਹਾਂ ਲਿਖਣਾ ਚਾਹੁੰਦਾ ਸੀ ਵੀ ਠੀਕ ਹੈ, ਜਿਉਂਦੇ ਜੀ ਵਾਹਵਾ ਬੜੀ ਹੈ ਦੁਨੀਆ ਦੇ ਵਿੱਚ, ਦੁਨੀਆ ਮਹਿਮਾ ਕਰਦੀ ਹੈ, ਜਸ ਕਰਦੀ ਹੈ, ਪਰ ਮਰਨ ਤੋਂ ਬਾਅਦ ਕੋਈ ਇਹਦਾ ਲਾਭ ਨਹੀਂ। ਉਹ ਲਿਖਣ ਲੱਗਾ ਤੇ ਇਸ ਤਰ੍ਹਾਂ ਸਾਧ ਸੰਗਤ ਉਹਦੀ ਗਾਥਾ ਹੈ ਵੀ ਉਹ ਜਦੋਂ ਲਿਖਣ ਲੱਗਾ, ਉਹਦਾ ਜਿਹੜੀ ਕਾਨੀ ਸੀ, ਕਲਮ ਸੀ, ਉਹਦੇ ਨਾਲ ਉਹ ਲਿਖਣਾ ਕੁਝ ਹੋਰ ਚਾਹੁੰਦਾ ਸੀ, ਚੱਲ ਉਹ ਹੋਰ ਤਰ੍ਹਾਂ ਰਹੀ ਸੀ। ਉਹਦੇ ਵਿੱਚ ਲਿਖਿਆ ਜਾ ਰਿਹਾ ਸੀ ਵੀ ਇਹਦੀ ਬੜੀ ਮਹਿਮਾ, ਬੜੀ ਵਡਿਆਈ ਮਿਲਦੀ ਹੈ। ਉਹਨੂੰ ਕੁਝ ਅਨੁਭਵ ਹੋਇਆ ਵੀ ਮੇਰੇ ਕੋਲ ਕੋਈ ਹੈ,
ਹੁਣ ਉਹਨੂੰ ਦਿਖਾਈ ਨਹੀਂ ਸੀ ਦੇ ਰਿਹਾ, ਹੋਇਆ ਕੀ ਸੀ, ਉਹਦੀ ਘਰ ਵਾਲੀ ਆ ਗਈ ਸੂਖਮ ਰੂਪ ਦੇ ਅੰਦਰ। ਔਰ ਸਾਧ ਸੰਗਤ ਇਸ ਤਰ੍ਹਾਂ ਕਹਿੰਦੇ ਨੇ, ਉਹਨੇ ਆਖਿਆ ਵੀ ਕੌਣ ਹੈ ਜੋ ਮੇਰੇ ਕੋਲੋਂ ਲਿਖਵਾ ਰਿਹਾ ਹੈ। ਉਹਦੀ ਘਰ ਵਾਲੀ ਨੇ ਲਿਖ ਕੇ ਦੱਸਿਆ ਵੀ ਮੈਂ ਆ ਗਈ ਹਾਂ, ਤੇ ਜੋ ਤੁਸੀਂ ਸਮਝ ਰਹੇ ਹੋ ਨਹੀਂ ਹੈ। ਫਿਰ ਉਹਨੇ ਅੱਗੋਂ ਫਿਰ ਸਵਾਲ ਕੀਤਾ ਵੀ ਇੰਨਾ ਲੰਮਾ ਸਮਾਂ ਮੈਂ ਤੈਨੂੰ ਉਡੀਕਿਆ, ਤੂੰ ਕਿਉਂ ਨਹੀਂ ਆਈ? ਉਹਨੇ ਸਾਧ ਸੰਗਤ ਅੱਗੋਂ ਜਵਾਬ ਦਿੱਤਾ, ਜਦੋਂ ਮੈਂ ਮਰਨ ਤੋਂ ਬਾਅਦ ਅਗਲੇ ਲੋਕ ਵਿੱਚ ਗਈ, ਜਿਹਨੂੰ ਅਸੀਂ ਪਰਲੋਕ ਕਹਿੰਦੇ ਆ, ਜਿਹਨੂੰ ਅਣਡਿੱਠੀ ਦੁਨੀਆ ਕਹਿੰਦੇ ਆ, ਕਈ ਨਹੀਂ ਮੰਨਦੇ, ਪਰ ਸਾਧ ਸੰਗਤ ਬਹੁਤ ਸਾਰੀਆਂ ਘਟਨਾਵਾਂ ਨੇ ਸੰਸਾਰ ਵਿੱਚ, ਜਦੋਂ ਬੰਦੇ ਮਰ ਗਏ ਤੇ ਦੁਬਾਰਾ ਜਿਉਂਦੇ ਹੋਏ ਉਹਨਾਂ ਨੇ ਅਗਲੀ ਦੁਨੀਆ ਬਾਰੇ ਆ ਕੇ ਦੱਸਿਆ ਹੈ। ਬੜੀਆਂ ਇਹਦੇ ਪਰਥਾਏ ਗਾਥਾਵਾਂ ਨੇ, ਕਿਤਾਬਾਂ ਜਿਹੜੀਆਂ ਲਿਖੀਆਂ ਹੋਈਆਂ ਵਿਦਵਾਨਾਂ ਨੇ ਹੋਂਦ ਵਿੱਚ ਆਈਆਂ ਹਨ। ਇਸੇ ਤਰ੍ਹਾਂ ਇੰਟਰਨੈਟ ਦੇ ਉੱਤੇ ਬੜੀ ਇਸ ਪਰਥਾਏ ਜਾਣਕਾਰੀ ਹੈ। ਬਕਾਇਦਾ ਦੁਨੀਆ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਮਰਨ ਤੋਂ ਬਾਅਦ ਦੁਬਾਰਾ ਜਿਉਂਦੇ ਹੋਏ ਉਹ ਸਾਧ ਸੰਗਤ ਇਸ ਗੱਲ ਦੀ ਗਵਾਹੀ ਭਰਦੇ ਨੇ ਵੀ ਅੱਗੇ ਹੈ ਲੋਕ, ਅੱਗੇ ਹੈ ਕੋਈ ਗੱਲ। ਇਹ ਕੇਵਲ ਕਹਿਣ ਮਾਤਰ ਗੱਲਾਂ ਨਹੀਂ। ਦੂਜੀ ਗੱਲ ਹੈ ਜੋ ਸਤਿਗੁਰਾਂ ਨੇ ਬਾਣੀ ਚ ਆਖ ਦਿੱਤਾ ਉਹ ਤੇ ਸੱਚੀ ਹੈ ਸਾਧ ਸੰਗਤ, ਉਹਦੇ ਵਿੱਚ ਰੱਤਾ ਮਾਤਰ ਸ਼ੱਕ ਨਹੀਂ। ਉਹਨੇ ਆਖਿਆ ਅੱਗੇ ਮੈਨੂੰ ਲੋਕ ਮਿਲਿਆ ਇੱਕ ਸੇਵਾ ਦੇ ਬਦਲੇ, ਜਿੱਥੇ ਬਹੁਤ ਜ਼ਿਆਦਾ ਸੁੱਖ ਹੈ, ਬਹੁਤ ਜ਼ਿਆਦਾ ਸੁੱਖ। ਉਹ ਲੋਕ ਮੇਰਾ ਛੱਡ ਕੇ ਆਉਣ ਨੂੰ ਜੀ ਨਹੀਂ ਕੀਤਾ, ਇਸ ਕਰਕੇ ਮੈਂ ਨਹੀਂ ਆਈ ਇੰਨਾ ਲੰਮਾ ਸਮਾਂ। ਹੁਣ ਕਿਆਸ ਕਰੋ ਗੱਲ ਕਿੰਨੀ ਗਹਿਰੀ ਹੈ, ਵੀ ਕਿੰਨਾ ਉਹਨੂੰ ਸੁੱਖ ਮਿਲਿਆ ਹੋਵੇਗਾ ਉਸ ਦੀ ਆਤਮਾ ਨੂੰ। ਉਹ ਕਹਿ ਰਹੀ ਹੈ ਮੈਂ ਉਹਨੂੰ ਛੱਡ ਕੇ ਨਹੀਂ ਸੀ ਆਉਣਾ ਚਾਹੁੰਦੀ ਇਸ ਦੁਨੀਆ ਦੇ ਅੰਦਰ ਤੁਹਾਨੂੰ ਸੁਨੇਹਾ ਦੇਣ ਵਾਸਤੇ, ਇਸ ਕਰਕੇ ਨਹੀਂ ਮੈਂ ਆਈ ਇੰਨਾ ਲੰਮਾ ਸਮਾਂ। ਫਿਰ ਉਹਨੇ ਕੁਝ ਹੋਰ ਗੱਲਾਂ ਦਸੀਆਂ, ਉਹਦੇ ਵਿੱਚ ਸੰਖੇਪ ਵਿੱਚ ਇੰਨੀ ਗੱਲ ਹੈ। ਉਹਨੇ ਆਖਿਆ ਕੇਵਲ ਆਪਾਂ ਕੀਤੀ ਹੈ ਸੇਵਾ, ਉਹਦੇ ਬਦਲੇ ਇੱਕ ਲੋਕ ਮਿਲਿਆ, ਇੱਕ ਦੁਨੀਆ ਹੈ ਜਿੱਥੇ ਬਹੁਤ ਸੁੱਖ ਹੈ। ਪਰ ਸਾਰੀ ਦੁਨੀਆ ਦੇ ਵਿੱਚ ਇੱਕ ਦੇਸ਼ ਹੈ, ਉਹ ਦੇਸ਼ ਦਾ ਨਾਮ ਉਹਨੇ ਇੰਡੀਆ ਦੱਸਿਆ, ਔਰ ਉਹਦੇ ਵਿੱਚ ਕਿਹਾ ਵੀ ਉਹ ਜਿਹੜਾ ਭਾਰਤ ਦਾ ਉੱਤਰੀ ਹਿੱਸਾ, ਹੁਣ ਉਹ ਪੰਜਾਬ ਆ ਗਿਆ ਉੱਤਰੀ ਹਿੱਸਾ, ਉਹਦੇ ਵਿੱਚ ਕਹਿੰਦੀ ਕਿਤੇ ਕੋਈ ਗੁਰੂ ਸਾਹਿਬ ਹੋਏ ਨੇ ਪਹਿਲਾਂ, ਬਹੁਤ ਵੱਡੇ ਜਿਹੜੇ ਸਿੱਖਿਆ ਦਾਤੇ ਸਨ, ਜੋ ਰੱਬ ਆਪ ਆਇਆ, ਉਹਨਾਂ ਦਾ ਜੋ ਬੰਦਗੀ ਕਰਦਾ ਹੈ ਨਾ, ਉਹਨੂੰ ਤੇ ਬਹੁਤ ਜ਼ਿਆਦਾ ਸੁੱਖ ਵਾਲੀ ਸਥਾਨ ਮਿਲਦੀ ਹੈ, ਸਭ ਤੋਂ ਉੱਚਾ ਮਰਾਤਬਾ। ਹੁਣ ਉਹਦਾ ਮਤਲਬ ਇਹ ਹੈ ਵੀ ਜਿਹੜੇ ਸਵਰਗ ਹਨ, ਤਰ੍ਹਾਂ ਤਰ੍ਹਾਂ ਦੇ 14 ਤਰ੍ਹਾਂ ਦੇ ਸਵਰਗ, ਉਹਨਾਂ ਵਿੱਚੋਂ ਸਭ ਤੋਂ ਉੱਚਾ ਮਰਾਤਬਾ ਬੰਦਗੀ ਵਾਲੇ ਨੂੰ ਮਿਲਦਾ ਹੈ, ਜਿਹੜਾ ਨਾਮ ਜਪਦਾ। ਇਹਦਾ ਅਰਥ ਇਹ ਨਿਕਲਿਆ, ਤੇ ਬੰਦਗੀ ਵਾਲੇ ਨੂੰ ਮਰਾਤਮਾ ਮਿਲਦਾ, ਉਹ ਸੱਚਖੰਡ ਜਾਂਦਾ ਹੈ, ਰੱਬ ਦੇ ਘਰ ਜਾਂਦਾ ਹੈ। ਉੱਥੇ ਕਿੰਨਾ ਸੁੱਖ ਹੈ ਉਹ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿ ਰਹੇ ਨੇ ਗਰੀਬ ਨਵਾਜ ਕਿ ਜਿਹੜਾ ਨਾਮ ਜਪਣ ਵਾਲਾ ਹੈ ਨਾ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸਵਰਗ 'ਚ ਜਾਣ ਦੀ ਇੱਛਾ ਨਹੀਂ ਰੱਖਦਾ, ਨਰਕ ਵਿੱਚ ਜਾਂਦਾ ਨਹੀਂ, ਔਰ ਚਰਨਾਂ ਕਮਲਾਂ ਵਿੱਚ ਉਹਦੀ ਸੁਰਤ ਟਿਕੀ ਰਹਿੰਦੀ ਹੈ। ਵਾਹਿਗੁਰੂ ਦੇ ਚਰਨਾਂ ਕਮਲਾਂ ਦੀ ਖੁਸ਼ੀ ਕਿੰਨੀ ਕੁ ਹੈ, ਬਾਬਾ ਕਬੀਰ ਸਾਹਿਬ ਕਹਿੰਦੇ ਉਹ ਨਹੀਂ ਬਿਆਨ ਕੀਤੀ ਜਾ ਸਕਦੀ। ਰੂਹਾਨੀ ਜੀਵਨ ਵਾਲਾ ਹਮੇਸ਼ਾ ਖਿੜਿਆ ਰਹਿੰਦਾ, ਹਮੇਸ਼ਾ। ਦੁਨਿਆਵੀ ਫੁੱਲ ਖਿੜਦਾ ਹੈ ਪਰ ਸਾਧ ਸੰਗਤ ਤੋਂ ਮੁਰਝਾ ਜਾਂਦਾ ਹੈ ਸਮਾਂ ਪਾ ਕੇ। ਇੱਕ ਕਵੀ ਦੇ ਬੜੇ ਸੁੰਦਰ ਬਚਨ ਨੇ, ਉਹ ਕਹਿੰਦਾ ਫੂਲ ਖਿਲਤਾ ਹੈ ਮੁਰਝਾਨੇ ਕਾ ਤਖਯਲ ਲੇਕਰ, ਜਿਸੇ ਹਸਤਾ ਹੁਆ ਪਾਵੋਗੇ ਉਹ ਪਰੇਸ਼ਾਨ ਹੋਗਾ। ਤੁਸੀਂ ਦੁਨੀਆ 'ਚ ਕਿਸੇ ਨੂੰ ਵੇਖੋ ਬੜਾ ਸੌਖਾ ਹੈ, ਵੇਖਣ ਨੂੰ ਉੱਪਰੀ ਅੱਖ ਨਾਲ ਲੱਗਦਾ ਵੀ ਇਹ ਤੇ ਹੱਸ ਰਿਹਾ ਹੈ, ਇਹਦੀ ਜ਼ਿੰਦਗੀ 'ਚ ਤੇ ਖੁਸ਼ੀਆਂ ਹੀ ਬੜੀਆਂ ਨੇ। ਪਰ ਉਹ ਕਵੀ ਕਹਿੰਦਾ ਨਹੀਂ, ਫੁੱਲ ਵੱਲ ਵੇਖੋ, ਫੁੱਲ ਖਿੜਿਆ ਹੋਇਆ ਨਾ, ਬੜਾ ਸੁੰਦਰ ਲੱਗ ਰਿਹਾ ਹੈ, ਪਰ ਫੁੱਲ ਜਿਹੜਾ ਹੈ ਉਹਦੇ ਵਿੱਚ ਵੇਖੋ ਨਜ਼ਰ ਮਾਰ ਕੇ, ਫੁੱਲ ਨੇ ਮੁਰਝਾ ਜਾਣਾ ਹੈ। ਇਸੇ ਤਰ੍ਹਾਂ ਜਿਹਨੂੰ ਤੁਸੀਂ ਸੁਖੀ ਵੇਖ ਰਹੇ ਹੋ, ਖੁਸ਼ੀ ਨਾਲ ਭਰਪੂਰ ਦੇਖ ਰਹੇ ਹੋ, ਉਹਦੀ ਜ਼ਿੰਦਗੀ 'ਚ ਵੀ ਬੜੇ ਦੁੱਖ ਨੇ, ਉਹ ਦੁਖੀ ਹੈ, ਜਰਾ ਉਹਨੂੰ ਛੇੜ ਕੇ ਤੇ ਵੇਖੋ। ਛੇੜਨ ਦੀ ਲੋੜ ਹੈ ਬਸ ਸਾਧ ਸੰਗਤ। ਜਿਵੇਂ ਸਾਹਿਬ ਬਾਣੀ 'ਚ ਕਹਿੰਦੇ ਦੁੱਖ ਕੀਆਂ ਪੰਡਾਂ ਨਿਕਲੀਆਂ, ਸੁੱਖ ਨਾ ਨਿਕਲਿਓ ਕੋਈ। ਬੰਦਾ ਦੁਖੀ ਹੈ, ਪੰਡਾਂ ਖੋਲ ਦੇਗਾ ਤੁਹਾਡੇ ਸਾਹਮਣੇ ਆਪਣੇ ਦੁੱਖਾਂ ਦੀਆਂ, ਇੰਨਾ ਦੁਖੀ ਹੈ। ਇਸ ਤਰ੍ਹਾਂ ਨਾਲ ਸਾਧ ਸੰਗਤ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ ਕਿ ਜਿਹੜਾ ਪ੍ਰਮਾਤਮਾ ਦਾ ਨਾਮ ਜਪਣ ਵਾਲਾ ਹੈ ਉਹ ਨਰਕ 'ਚ ਨਹੀਂ ਜਾਂਦਾ, ਨਰਕ 'ਚ ਉਹਨੇ ਜਾਣਾ ਨਹੀਂ, ਸਵਰਗ ਵਿੱਚ ਜਾਣ ਦੀ ਇੱਛਾ ਨਹੀਂ, ਪਰ ਨਾਮ ਜਪਣ ਵਾਲਾ ਜਿਹੜਾ ਹੈ ਉਹ ਸੁਖ ਦੇ ਵਿੱਚ ਰਹਿੰਦਾ। ਕਿੰਨਾ ਸੁਖ 'ਚ ਰਹਿੰਦਾ ਹੈ, ਮਹਾਰਾਜ ਦੀ ਬਾਣੀ ਆਪਾਂ ਰੋਜ਼ ਬਚਨ ਪੜ੍ਹਦੇ ਹਾਂ, ਜਪਜੀ ਸਾਹਿਬ। ਸੱਚੇ ਪਾਤਸ਼ਾਹ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ,
ਭਗਤ ਹਮੇਸ਼ਾ ਵਿਗਾਸ ਚ ਰਹਿੰਦੇ, ਖੇੜੇ ਚ ਰਹਿੰਦੇ, ਖੁਸ਼ੀ ਚ ਰਹਿੰਦੇ, ਅੰਤਰਾਤਮੇ ਉਹਨਾਂ ਦੇ ਖੁਸ਼ੀ ਹੁੰਦੀ ਹੈ। ਇਹੀ ਕਾਰਨ ਹੈ ਤਤੀ ਤਵੀ ਤੇ ਬਹਿ ਗਏ ਸੱਚੇ ਪਾਤਸ਼ਾਹ, ਸਿਰ ਦੇ ਵਿੱਚ ਤੱਤਾ ਬਾਲੂ ਰੇਤਾ ਪਾਇਆ ਜਾ ਰਿਹਾ ਹੈ। ਪਰ ਸਾਧ ਸੰਗਤ ਹਰੀ ਨਾਮ ਦੇ ਨਾਲ ਅੰਤਰਾਤਮੇ ਮਹਾਰਾਜ ਸਾਹਿਬ ਜੀ ਆਨੰਦ ਦੇ ਨਾਲ ਭਰਪੂਰ ਨੇ। ਮੈਂ ਸ਼ਬਦ ਵਰਤੇ ਆਨੰਦ ਨਾਲ ਭਰਪੂਰ, ਕਿਉਂਕਿ ਆਨੰਦ ਦਾ ਵਿਰੋਧੀ ਸ਼ਬਦ ਨਹੀਂ ਦੁਨੀਆ ਦੀ ਡਿਕਸ਼ਨਰੀ 'ਚ ਕਿਤੇ ਵੀ। ਸੁਖ ਦਾ ਵਿਰੋਧੀ ਸ਼ਬਦ ਹੈ ਦੁੱਖ ਹੈ, ਖੁਸ਼ੀ ਦਾ ਵਿਰੋਧੀ ਸ਼ਬਦ ਹੋ ਗਿਆ ਖੁਸ਼ ਦਾ ਮਤਲਬ ਸਾਧ ਸੰਗਤ ਜਿਹੜਾ ਹੈ ਗਮੀ, ਪਰ ਆਨੰਦ ਦਾ ਵਿਰੋਧੀ ਸ਼ਬਦ ਨਹੀਂ। ਕਿਉਂ? ਆਨੰਦ ਜਿਹੜਾ ਹੈ ਨਾ, ਆਨੰਦ ਕੇਵਲ ਗੁਰੂ ਮਹਾਰਾਜ ਦੇ ਸ਼ਬਦ ਵਿੱਚੋਂ ਪ੍ਰਗਟ ਹੁੰਦਾ ਹੈ, ਦੁਨੀਆ ਦੇ ਕਿਸੇ ਪਦਾਰਥ ਵਿੱਚੋਂ ਆਨੰਦ ਨਹੀਂ ਮਿਲਦਾ। ਇਸ ਕਰਕੇ ਸਾਹਿਬ ਨੇ ਫੈਸਲਾ ਸੁਣਾਇਆ ਹੈ, ਮਹਾਰਾਜ ਕਹਿੰਦੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮੇਰੀ ਮਾਂ ਆਨੰਦ ਮਿਲਿਆ। ਆਨੰਦ ਕਿੱਥੋਂ ਮਿਲਿਆ ਹੈ? ਇਹ ਅਨਮੋਲਕ ਵਸਤੂ ਮਿਲੀ ਹੈ ਗੁਰੂ ਮਾਲਕ ਦੀ ਕਿਰਪਾ ਦੇ ਸਦਕਾ। ਸਾਹਿਬ ਜੀ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ, ਦੁਖ ਪਾਪ ਕਾ ਨਾਸ਼। ਹਮੇਸ਼ਾ ਖੇੜੇ ਦੇ ਵਿੱਚ ਰਹਿੰਦੇ, ਜਾਂ ਇਹ ਕਹਿ ਸਕਦੇ ਆ ਜਿਹੜੇ ਭਗਤ ਹੁੰਦੇ ਨੇ ਉਹਨਾਂ ਦੇ ਹਿਰਦੇ ਦੇ ਅੰਦਰ ਨਾਮ ਦਾ ਫੁੱਲ ਖਿੜ ਚੁੱਕਾ ਹੁੰਦਾ ਹੈ, ਜਿਹੜਾ ਕਦੇ ਨਹੀਂ ਮਰਜਾਉਂਦਾ, ਕਦੇ ਨਹੀਂ ਮਰਜਾਉਂਦਾ। ਸਾਧ ਸੰਗਤ ਕਹਿੰਦੇ ਨੇ ਬਾਬਾ ਨਾਨਕ ਸਾਹਿਬ ਮਹਾਰਾਜ ਦੇ ਵਿਹੜੇ ਦੇ ਵਿੱਚ ਖੁਸ਼ੀਆਂ ਨੇ। ਮੈਂ ਇੱਥੇ ਅਰਜ਼ ਕਰਾਂ ਬਾਣੀ ਦੇ ਬਚਨਾਂ ਮੁਤਾਬਕ ਵੀ ਗੁਰੂ ਨਾਨਕ ਸਾਹਿਬ ਦੇ ਵਿਹੜੇ ਦੇ ਵਿੱਚ ਜਿਹੜੇ ਫੁੱਲ ਖਿੜੇ ਨੇ ਉਹ ਕਦੇ ਨਹੀਂ ਮਰਜਾਉਂਦੇ। ਥੋੜਾ ਜਿਹਾ ਧਿਆਨ ਦੇ ਕੇ ਸੁਣਨਾ, ਗੱਲ ਥੋੜੀ ਗਹਿਰੀ ਹੈ। ਗੁਰੂ ਨਾਨਕ ਮਹਾਰਾਜ ਸਾਹਿਬ ਜੀ ਦੇ ਘਰ ਦੇ ਵਿਹੜੇ ਵਿੱਚ ਜਿਹੜੀਆਂ ਖੁਸ਼ੀਆਂ ਹਨ, ਖੁਸ਼ੀਆਂ ਦੀਆਂ ਕਿਲਕਾਰੀਆਂ ਨੇ, ਉਹ ਕਦੇ ਵੈਣ ਵਿੱਚ ਨਹੀਂ ਬਦਲਦੀਆਂ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜਿਹੜਾ ਸੁੱਖਾਂ ਦਾ ਬੂਟਾ ਉੱਗਿਆ ਹੋਇਆ ਉਹ ਕਦੇ ਦੁੱਖ ਦੇ ਵਿੱਚ ਨਹੀਂ ਬਦਲਦਾ। ਨਾਮ ਦੇ ਵਿੱਚ ਸੁੱਖ ਹੈ, ਸੁੱਖ ਹੀ ਸੁੱਖ ਹੈ। ਕਿੰਨਾ ਸੁੱਖ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਚਰਨ ਕਮਲ ਕੀ ਮੌਜ ਕੋ ਕਉ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ। ਕਹਿੰਦੇ ਉਹ ਅਵਸਥਾ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਦੁਨਿਆਵੀ ਅਲਫਾਜ਼ਾਂ ਦੇ ਵਿੱਚ। ਇਹਨਾਂ ਅੰਦਰ ਆਨੰਦ ਹੈ ਸਾਡੇ। ਕਹਿਬੇ ਕੋ ਸੋਭਾ ਨਹੀਂ, ਦੇਖਾ ਹੀ ਪਰਵਾਨ। ਉਹਨੂੰ ਅਨੁਭਵ ਕਰੀਏ, ਅਨੁਭਵ ਕਰਨ ਵਾਲਾ ਹੀ ਜਾਣਦਾ ਕਿੰਨਾ ਸੁੱਖ ਹੈ ਉਹਦੇ ਅੰਦਰ। ਇਸ ਤਰ੍ਹਾਂ ਆਪ ਜੀ ਕਹਿੰਦੇ ਨੇ, ਅੰਮ੍ਰਿਤ ਬਿਕ ਇਹ ਸਭ ਤਿਉ ਕੰਚਨ ਅਰ ਪੈਸਾ। ਇਸੇ ਤਰ੍ਹਾਂ ਨਾਲ ਨਾਮ ਜਪਣ ਵਾਸਤੇ ਅੰਮ੍ਰਿਤ ਤੇ ਜ਼ਹਿਰ ਇੱਕ ਬਰਾਬਰ ਹੁੰਦਾ, ਉਹ ਬਰਾਬਰ ਸਮਝਦਾ ਦੋਵਾਂ ਨੂੰ। ਫਿਰ ਸਾਧ ਸੰਗਤ ਮਹਾਰਾਜ ਕਹਿੰਦੇ ਕੰਚਨ, ਕੰਚਨ ਮੈਨੇ ਸੋਨਾ, ਤੇ ਪੈਸਾ, ਪੈਸੇ ਦੇ ਅਰਥ ਵਿਦਵਾਨ ਕਰਦੇ ਤਾਂਬਾ, ਕਿਉਂਕਿ ਪਹਿਲਾਂ ਤਾਂਬੇ ਦੇ ਸਿੱਕੇ ਹੋਇਆ ਕਰਦੇ ਸਨ। ਅਰਥ ਇਹ ਨਿਕਲਿਆ ਵੀ ਸੋਨਾ ਤੇ ਤਾਂਬਾ ਉਹਨਾਂ ਲਈ ਬਰਾਬਰ ਹੁੰਦਾ ਹੈ। ਉਹਨਾਂ ਦੇ ਮਨ ਵਿੱਚ ਕੋਈ ਪਕੜ ਨਹੀਂ ਹੈ ਕਿਸੇ ਪਦਾਰਥ ਦੇ ਪਰਥਾਏ। ਉਹ ਸਾਰੇ ਬੰਧਨਾਂ ਤੋਂ ਰਹਿਤ ਨੇ, ਬੰਧਨ ਤੋੜ ਦਿੱਤੇ ਉਹਨਾਂ। ਉਸਤਤ ਨਿੰਦਾ ਇਹ ਸਮ ਜਾ ਕੇ ਲੋਭ ਮੋਹ ਫੁਨ ਤੈਸਾ। ਉਸਤਤ ਤੇ ਨਿੰਦਾ ਬਰਾਬਰ ਸਮਝਦੇ। ਕੋਈ ਉਹਨਾਂ ਦੀ ਨਿੰਦਾ ਕਰੀ ਜਾਏ ਉਹ ਝੂਰਦੇ ਨਹੀਂ, ਕੋਈ ਉਹਨਾਂ ਦੀ ਉਸਤਤ ਕਰੀ ਜਾਏ ਉਹਨਾਂ ਅੰਦਰ ਅਭਿਮਾਨ ਨਹੀਂ ਆਉਂਦਾ, ਹੰਕਾਰ ਨਹੀਂ ਆਉਂਦਾ ਵੀ ਮੈਂ ਵਾਕਈ ਇੰਨਾ ਚੰਗਾ ਜਿਵੇਂ ਲੋਕ ਮੈਨੂੰ ਕਹਿ ਰਹੇ ਨੇ। ਵਰਨਾ ਇਉਂ ਹੁੰਦਾ ਦੁਨੀਆ ਦੇ ਵਿੱਚ ਵੀ, ਦੁਨੀਆ ਠੱਪੇ ਲਾਉਂਦੀ ਹੈ, ਕਹਿੰਦੀ ਹੈ ਬੜਾ ਚੰਗਾ ਹੈ। ਸਾਧ ਸੰਗਤ ਆਪਣੇ ਆਪ ਦਾ ਹਰ ਇੱਕ ਨੂੰ ਪਤਾ ਹੈ ਵੀ ਮੈਂ ਕਿੰਨਾ ਚੰਗਾ, ਪਰ ਫਿਰ ਵੀ ਇਨਸਾਨ ਇਸ ਚੱਕਰ 'ਚ ਪੈਂਦਾ ਵੀ ਜਦੋਂ ਸਾਰੇ ਹੀ ਕਹਿ ਰਹੇ ਨੇ ਬੜਾ ਚੰਗਾ, ਸੱਚਮੁੱਚ ਮੇਰੇ ਜਿੰਨਾ ਚੰਗਾ ਕੌਣ ਹੋ ਸਕਦਾ ਹੈ। ਪਰ ਸਚਾਈ ਇਹ ਹੈ ਵੀ ਆਪਸ ਕੋ ਦੀਰਘ ਕਰ ਮਾਨੇ ਔਰਨ ਕੋ ਲਗ ਮਾਤ। ਜਦੋਂ ਹੰਕਾਰ ਆਉਂਦਾ ਬੰਦਾ ਆਪਣੇ ਆਪ ਨੂੰ ਦੀਰਘ ਸਮਝਦਾ ਹੈ, ਵੱਡਾ ਸਮਝਦਾ ਹੈ, ਦੂਜਿਆਂ ਨੂੰ ਤੇ ਲਗਾ ਮਾਤਰਾ ਹੀ ਸਮਝਦਾ ਹੈ। ਲਗਾ ਮਾਤਰਾ ਹੁੰਦੀਆਂ ਜਿਵੇਂ ਔਂਕੜ ਹੈ, ਦਲੰਕੜ ਹੈ, ਸਿਹਾਰੀ ਹੈ, ਬਿਹਾਰੀ ਹੈ, ਘੋੜਾ ਕਨੌੜਾ ਹੈ। ਦੂਜਿਆਂ ਨੂੰ ਸਮਝਦਾ ਨਹੀਂ, ਆਪਣੇ ਆਪ ਨੂੰ ਸ੍ਰੇਸ਼ਟ ਸਮਝਦਾ ਹੈ। ਦੂਜਿਆਂ ਨੂੰ ਸਾਧ ਸੰਗਤ ਬਹੁਤ ਨੀਵੇਂ ਸਮਝਦਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਇਸੇ ਤਰ੍ਹਾਂ ਲੋਭ ਤੇ ਮੋਹ ਉਹਨਾਂ ਦੇ ਉੱਤੇ ਹਾਵੀ ਨਹੀਂ ਹੋ ਸਕਦਾ। ਦੁੱਖ ਸੁੱਖ ਇਹ ਬਾਧੇ ਜਿਹ ਨਾ ਹਨ, ਤੇ ਤੁਮ ਜਾਨੋ ਗਿਆਨੀ। ਦੁੱਖ ਤੇ ਸੁੱਖ ਵੀ ਜਿਹਦੇ ਉੱਤੇ ਪ੍ਰਭਾਵ ਨਹੀਂ ਪਾ ਸਕਦੇ। ਮਹਾਰਾਜ ਕਹਿੰਦੇ ਉਹਨੂੰ ਤੁਸੀਂ ਆਤਮਿਕ ਜੀਵਨ ਵਾਲਾ ਸਮਝੋ, ਬ੍ਰਹਮ ਬੋਧ ਪ੍ਰਾਪਤ ਉਹਨੂੰ ਹੋ ਚੁੱਕਾ ਹੈ, ਉਹਨੂੰ ਬ੍ਰਹਮ ਗਿਆਨੀ ਸਮਝੋ। ਬ੍ਰਹਮ ਗਿਆਨੀ ਦੀ ਕੀ ਅਵਸਥਾ ਹੈ?
ਉਹ ਦੁੱਖ ਵਿੱਚ ਦੁਖੀ ਨਹੀਂ ਹੁੰਦਾ, ਸੁੱਖ ਵਿੱਚ ਆ ਕੇ ਰੱਬ ਨੂੰ ਨਹੀਂ ਭੁੱਲਦਾ। ਨਾਨਕ ਮੁਕਤ ਤਾਹੇ ਤੁਮ ਮਾਨੋ, ਇਹ ਬਿਦ ਕੋ ਜੋ ਪ੍ਰਾਣੀ। ਸਤਿਗੁਰੂ ਜੀ ਸ਼ਬਦ ਦੀ ਅਖੀਰਲੀ ਪੰਕਤੀ ਹੈ, ਕਹਿ ਰਹੇ ਨੇ ਬਚਨ ਕਿ ਜਿਹੜਾ ਇਸ ਅਵਸਥਾ ਦਾ ਮਾਲਕ ਹੈ ਨਾ ਪ੍ਰਾਣੀ, ਤੁਸੀਂ ਵੇਖ ਲਵੋ ਕਿਸੇ ਨੂੰ ਕਿ ਇਸ ਅਵਸਥਾ ਦਾ ਮਾਲਕ ਹੈ। ਹਰ ਇੱਕ ਤਰ੍ਹਾਂ ਦੇ ਬੰਧਨ ਉਹਦੀ ਜ਼ਿੰਦਗੀ ਚੋਂ ਟੁੱਟ ਚੁੱਕੇ ਨੇ, ਤੇ ਸਮਝ ਲੈਣਾ ਉਹ ਮੁਕਤ ਹੈ। ਉਹ ਜਿਉਂਦੇ ਜੀ ਮੁਕਤ ਹੈ, ਮਰਨੋਂ ਉਪਰੰਤ ਤੇ ਉਹ ਮੁਕਤ ਹੈ ਹੀ। ਉਹ ਮੁਕਤ ਹੈ, ਉਹ ਬ੍ਰਹਮ ਗਿਆਨ ਦਾ ਮਾਲਕ ਹੈ। ਉਹ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਆਏਗਾ, ਉਹ ਸਦਾ ਲਈ ਵਾਹਿਗੁਰੂ ਦੇ ਘਰ ਵਿੱਚ ਪਹੁੰਚ ਜਾਣਾ। ਉਹਨੇ ਵਾਹਿਗੁਰੂ ਦਾ ਰੂਪ ਹੋ ਚੁੱਕਾ ਹੈ। ਅੱਜ ਜੋ ਸ਼ਬਦ ਮਹਾਰਾਜ ਨੇ ਬਖਸ਼ਿਆ, ਗੌੜੀ ਮਹੱਲਾ ਨੌਵਾਂ, ਮਨ ਰੇ ਕਹਾਂ ਪਇਓ ਤੈਂ ਬੌਰਾ। ਮਨਾ ਪਾਗਲ ਕਿਉਂ ਹੋ ਗਿਆ ਹੈ? ਬੌਰਾ ਦਾ ਮਤਲਬ ਮੂੜ, ਪਾਗਲ, ਮੂਰਖ। ਮੇਰੇ ਮਨਾ ਤੂੰ ਕਿਉਂ ਬੌਰਾ ਹੋਇਆ ਹੈ, ਕਿਉਂ ਪਾਗਲ ਹੋ ਗਿਆ ਹੈ? ਬੌਰਿਆ ਸਮਝ ਇਸ ਗੱਲ ਨੂੰ। ਅੱਗੇ ਸਾਹਿਬ ਨੇ ਆਖਿਆ, ਅਹਨਿਸ ਔਦ ਘਟੈ ਨਹੀਂ ਜਾਣੈ, ਭਇਓ ਲੋਭ ਸੰਗ ਹੋਰਾ ਰਹਾਓ। ਅਹਨਿਸ ਦਾ ਮਤਲਬ ਹੈ ਦਿਨ ਰਾਤ। ਦਿਨ ਰਾਤ ਦਾ ਮਤਲਬ ਹਰ ਸਮੇਂ, ਕਿਉਂਕਿ ਦਿਨ ਤੇ ਰਾਤ, ਫਿਰ ਦਿਨ ਹੈ ਫਿਰ ਰਾਤ ਹੈ, ਸਮਾਂ ਚੱਲਦਾ ਰਹਿਣਾ। ਉਹਦਾ ਮਤਲਬ ਨਿਕਲਿਆ ਹਰ ਸਮੇਂ। ਇੱਕ ਇੱਕ ਸਾਹ ਦੇ ਨਾਲ, ਇੱਕ ਇੱਕ ਘੜੀ, ਇੱਕ ਇੱਕ ਪਲ ਤੇਰੀ ਉਮਰ ਘਟਦੀ ਜਾ ਰਹੀ ਹੈ। ਐਨਿਸ ਔਦ ਘਟੈ ਨਹੀਂ ਜਾਣੈ, ਉਮਰ ਘਟਦੀ ਜਾ ਰਹੀ ਹੈ, ਤੂੰ ਸਮਝਦਾ ਹੀ ਨਹੀਂ ਇਸ ਗੱਲ ਨੂੰ। ਕਦੀ ਜਾਣਨ ਦੀ ਕੋਸ਼ਿਸ਼ ਕੀਤੀ ਵੀ ਮੈਂ ਘਟਦਾ ਜਾ ਰਿਹਾ, ਵੱਧ ਨਹੀਂ ਤੂੰ ਰਿਹਾ। ਆਪ ਜੀ ਕਹਿੰਦੇ ਨੇ, ਕਬੀਰ ਜਨਨੀ ਜਾਣਤ ਸੁਤ ਵੱਡਾ ਹੋਤ ਹੈ। ਮਾਂ ਦੇ ਬਾਰੇ ਬਾਬਾ ਕਬੀਰ ਸਾਹਿਬ ਕਹਿੰਦੇ, ਸਮਝਦੀ ਹੈ ਮੇਰਾ ਪੁੱਤ ਵੱਡਾ ਹੋ ਰਿਹਾ ਹੈ, ਕਿਉਂਕਿ ਲਾਡ ਹੈ ਮਨ ਵਿੱਚ ਆਪਣੇ ਪੁੱਤ ਦੇ ਲਈ। ਅੰਦਰਾਂ ਦਾ ਰਿਸ਼ਤਾ ਹੈ ਨਾ, ਪੇਟੋਂ ਜੰਮਿਆ ਹੈ ਨਾ, ਇਸ ਕਰਕੇ ਅੰਦਰ ਉਹਦੇ ਬਹੁਤ ਜ਼ਿਆਦਾ ਖਿੱਚ ਹੈ ਆਪਣੇ ਪੁੱਤ ਦੇ ਲਈ। ਵੱਖਰੀ ਗੱਲ ਹੈ, ਪੁੱਤ ਆਪਣੀ ਮਾਂ ਦੀ ਸੰਭਾਲ ਕਰਦਾ ਹੈ ਕਿ ਨਹੀਂ, ਆਪਣੇ ਪਿਤਾ ਦੀ ਚਿੰਤਾ ਕਰਦਾ ਹੈ ਕਿ ਨਹੀਂ। ਪਰ ਮਾਂ ਪਿਓ ਜਿਹੜੇ ਨੇ, ਉਹਨਾਂ ਦੇ ਮਨ ਵਿੱਚ ਬੜੀ ਕਸ਼ਿਸ਼ ਹੁੰਦੀ ਹੈ। ਆਪਣੀ ਔਲਾਦ ਨੂੰ ਵੱਧਦਿਆਂ ਹੋਇਆਂ, ਅੱਗੇ ਤਰੱਕੀ ਕਰਦਿਆਂ ਵੇਖ ਕੇ ਉਹ ਖੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ। ਮਹਾਰਾਜ ਦੀ ਪਾਵਨ ਬਾਣੀ, ਮਾਂ ਜਿਹੜੀ ਹੈ ਉਹ ਸੋਚ ਰਹੀ ਹੈ ਮੇਰਾ ਪੁੱਤ ਵੱਡਾ ਹੋਈ ਜਾ ਰਿਹਾ ਹੈ, ਵੱਡਾ ਹੋਈ ਜਾ ਰਿਹਾ ਹੈ। ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਪਰ ਕਹਿੰਦੇ ਇਤਨਾ ਕੋ ਨਾ ਜਾਣੈ ਕਿ ਦਿਨ ਦਿਨ ਅਵਧ ਘਟਤ ਹੈ। ਮੋਹ ਦੀ ਮਾਰੀ ਮਾਂ ਨੂੰ ਵਿਚਾਰੀ ਨੂੰ ਨਹੀਂ ਪਤਾ ਕਿ ਮੇਰੇ ਪੁੱਤ ਦੀ ਉਮਰ ਤੇ ਘਟਦੀ ਜਾ ਰਹੀ ਹੈ। ਇਹੀ ਸਚਾਈ ਹੈ ਨਾ ਸਾਧ ਸੰਗਤ। ਕਿਉਂਕਿ ਜੇ ਵਾਹਿਗੁਰੂ ਨੇ ਗੱਲ ਇਸ ਤਰ੍ਹਾਂ ਸਮਝੀਏ ਵੀ ਇੱਕ ਸਾਧ ਸੰਗਤ ਲੱਖ ਸਵਾਸ ਗਿਣ ਕੇ ਪਾਏ ਮਨੁੱਖ ਦੇ ਅੰਦਰ, ਉਦਾਹਰਨ ਤੌਰ ਤੇ ਉੱਤੇ ਆਪ ਜੀ ਦੇ ਸਨਮੁਖ ਬੇਨਤੀ ਕਰ ਰਿਹਾ, ਉਹਦੇ ਵਿੱਚੋਂ ਜੇ ਸਾਧ ਸੰਗਤ 50,000 ਘਟ ਗਏ ਤੇ 50,000 ਹੀ ਬਾਕੀ ਰਹਿ ਗਏ, ਉਹ ਵੀ ਘਟ ਜਾਣੇ ਹੌਲੀ ਹੌਲੀ। ਤੇ ਸੱਚ ਇਹ ਹੈ, ਸਾਡੀ ਜ਼ਿੰਦਗੀ ਅੰਦਰ ਵੀ ਉਹ ਸਮਾਂ ਆਉਣਾ ਹੈ ਜਿੱਦਣ ਸਾਰੇ ਹੀ ਸਵਾਸ ਮੁੱਕ ਜਾਣੇ ਨੇ, ਗਿਣਤੀ ਦੀ ਰਹਿ ਜਾਣੇ 3 2 1, ਆਖਰੀ ਸਾਹ ਆਇਆ, ਬਸ ਛੱਡ ਕੇ ਦੁਨੀਆ ਨੂੰ ਤੁਰ ਗਿਆ। ਆਪ ਜੀ ਕਹਿੰਦੇ ਇੱਕ ਇੱਕ ਸਾਹ ਕਰਕੇ, ਇੱਕ ਇੱਕ ਘੜੀ ਕਰਕੇ ਹਰ ਸਮੇਂ ਉਮਰ ਤੇਰੀ ਘਟਦੀ ਜਾ ਰਹੀ ਹੈ। ਪਾਗਲ ਮਨਾ ਭਇਓ ਲੋਭ ਸੰਗ ਹੋਰਾ, ਤੇ ਲੋਭ ਦੇ ਵਿੱਚ ਪਿਆ ਹੋਇਆ, ਦੁਨਿਆਵੀ ਲਾਲਚ ਅੰਦਰ ਲੱਗਾ ਹੋਇਆ। ਹੌਰੇ ਦਾ ਮਤਲਬ ਹੌਲਾ, ਹੌਲਾ ਹੋ ਰਿਹਾ ਦਿਨੋਂ ਦਿਨ। ਹੌਲਾ ਕਿਵੇਂ ਹੋ ਰਿਹਾ ਹੈ ਕਿ ਇਹਦਾ ਜਿਹੜਾ ਆਤਮਿਕ ਜੀਵਨ ਹੈ ਇਹ ਦਿਨੋਂ ਦਿਨ ਇਹਦੇ ਕੋਲੋਂ ਖੁੱਸਦਾ ਜਾ ਰਿਹਾ, ਇਹਦੇ ਕੋਲੋਂ ਗਵਾਚਦਾ ਜਾ ਰਿਹਾ ਹੈ। ਇਹ ਰੂਹਾਨੀ ਜੀਵਨ ਪੱਖੋਂ, ਜਿਹੜੀ ਇਹਦੀ ਸਪਿਰਿਚੁਅਲ ਲਾਈਫ ਹੈ, ਉਹਦੇ ਪੱਖੋਂ ਹੌਲਾ ਪੈ ਰਿਹਾ ਦਿਨੋਂ ਦਿਨ। ਰਹਾਓ ਜੋ ਤਨ ਤੈ ਆਪਣੋ ਕਰ ਮਾਨਿਓ, ਅਰ ਸੁੰਦਰ ਗ੍ਰਹਿ ਨਾਰੀ। ਬੜਾ ਵਿਰਾਗ ਹੈ ਸਾਹਿਬ ਦੀ ਬਾਣੀ ਚ। ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਹੜੇ ਸਰੀਰ ਨੂੰ ਤੂੰ ਆਪਣਾ ਮੰਨਦਾ ਹੈ, ਜਿਹੜੇ ਘਰ ਨੂੰ ਆਪਣਾ ਮੰਨਦਾ, ਜਿਹੜੀ ਘਰ ਵਾਲੀ ਨੂੰ ਕਹਿਣਾ ਮੇਰੀ ਘਰ ਵਾਲੀ ਹੈ, ਸੱਚੇ ਪਾਤਸ਼ਾਹ ਕਹਿੰਦੇ ਇਨ ਮੈਂ ਕਛ ਤੇਰੋ ਨੇ ਰੇ ਨਾ ਹੈ ਨਾ। ਦੇਖੋ ਸੋਚ ਵਿਚਾਰੀ, ਕਦੇ ਸੋਚ ਕਦੇ ਵਿਚਾਰ ਕਰ, ਇਹਨਾਂ ਵਿੱਚੋਂ ਕੁਝ ਵੀ ਤੇਰਾ ਨਹੀਂ। ਨਾ ਪਦਾਰਥ ਤੇਰਾ ਹੈ, ਨਾ ਘਰ, ਨਾ ਪਰਿਵਾਰ, ਕੁਝ ਵੀ ਤੇਰਾ ਨਹੀਂ।
ਇਹਨਾਂ ਵਿੱਚੋਂ ਕੁਝ ਵੀ ਨਾਲ ਤੇਰੇ ਨਿਭਣ ਵਾਲਾ ਨਹੀਂ, ਅਸਲ ਵਿੱਚ ਕਿਸੇ ਉੱਤੇ ਤੇਰਾ ਪੱਕਾ ਕਬਜ਼ਾ ਨਹੀਂ। ਦੂਸਰਾ ਪਤਾ ਹੈ, ਰਤਨ ਜਨਮ ਆਪਨੂ ਤੈ ਹਾਰਿਓ, ਗੋਬਿੰਦ ਗਤ ਨਹੀਂ ਜਾਣੀ। ਰਤਨ ਜਨਮ ਦਾ ਮਤਲਬ ਬਹੁ ਮੁੱਲਾ ਜਨਮ, ਬੜਾ ਕੀਮਤੀ ਜਨਮ, ਅਮੋਲਕ ਜਨਮ, ਨਿਰਮੋਲਕ ਜਨਮ, ਜਿਹਨੂੰ ਮਹਾਰਾਜ ਦੀ ਬਾਣੀ ਦੇ ਵਿੱਚ ਆਖਿਆ ਸਾਧ ਸੰਗਤ ਰਤਨ ਜਨਮ। ਸੱਚੇ ਪਾਤਸ਼ਾਹ ਕਹਿੰਦੇ ਰਤਨ ਵਰਗਾ ਕੀਮਤੀ ਜਨਮ ਤੂੰ ਹਾਰ ਰਿਹਾ ਹੈ ਦਿਨੋ ਦਿਨ, ਤੇ ਗੋਬਿੰਦ ਦੀ ਗਤੀ ਨਹੀਂ ਜਾਣੀ। ਜੋ ਪ੍ਰਤਪਾਲਕ ਵਾਹਿਗੁਰੂ ਸਦਾ ਜੀਆਂ ਨੂੰ ਸੰਭਾਲਣ ਵਾਲਾ, ਉਹਦੇ ਰਾਹ ਨੂੰ ਤੂੰ ਪਛਾਣਿਆ ਨਹੀਂ ਕਿ ਗੋਬਿੰਦ ਦੇ ਘਰ, ਵਾਹਿਗੁਰੂ ਦੇ ਘਰ ਕਿਵੇਂ ਜਾਣਾ, ਕਿਹੜੇ ਰਾਹ ਉੱਤੇ ਚੱਲਣਾ। ਮਤਲਬ ਬੰਦਗੀ ਤੂੰ ਨਹੀਂ ਕਰਦਾ। ਬੰਦਗੀ ਵਾਹਿਗੁਰੂ ਦੇ ਘਰ ਦਾ ਰਾਹ ਹੈ ਜਿਹੜੀ ਵਾਹਿਗੁਰੂ ਤੱਕ ਪਹੁੰਚਾ ਦਿੰਦੀ ਹੈ। ਇਸ ਤਰ੍ਹਾਂ ਤੂੰ ਆਪਣਾ ਮਨੁੱਖਾ ਕੀਮਤੀ ਜਨਮ ਦਿਨੋ ਦਿਨ ਹਾਰਦਾ ਪਿਆ ਹੈ। ਨਿਮਕ ਨਾ ਲੀਨ ਭਇਓ ਚਰਨਨ ਸਿਓ, ਬਿਰਥਾ ਓਦ ਸਿਰਾਨੀ। ਜਰਾ ਜਿੰਨਾ ਸਮਾਂ ਵੀ ਤੇਰੀ ਵਾਹਿਗੁਰੂ ਦੇ ਚਰਨਾਂ ਵਿੱਚ ਰੁਸ਼ਨਾਈ ਨਹੀਂ ਹੁੰਦੀ, ਤੂੰ ਲੀਨ ਨਹੀਂ ਕਦੇ ਹੋਇਆ, ਪਰਮਾਤਮਾ ਦੇ ਚਰਨਾਂ ਸੰਗ ਤੇਰੀ ਬਣ ਨਹੀਂ ਆਈ। ਇਸ ਤਰ੍ਹਾਂ ਤੇਰੀ ਔਦ, ਤੇਰੀ ਉਮਰ, ਤੇਰਾ ਜਿਹੜਾ ਇਹ ਜੀਵਨ ਹੈ ਉਹ ਵਿਅਰਥ ਗਵਾਚਦਾ ਜਾ ਰਿਹਾ ਹੈ। ਕਹੋ ਨਾਨਕ ਸੋਈ ਨਰ ਸੁਖੀਆ, RAM ਨਾਮ ਗੁਣ ਗਾਵੇ। ਹੁਣ ਸੱਚੇ ਪਾਤਸ਼ਾਹ ਨੇ ਨਿਰਣਾ ਕਰਕੇ ਸਮਝਾਇਆ, ਸਾਰਾ ਸ਼ਬਦ ਕਹਿ ਕੇ। ਇਹ ਸਾਧ ਸੰਗਤ ਅਖੀਰਲੀਆਂ ਪੰਕਤੀਆਂ 'ਚ ਜਿਵੇਂ ਮਾਨੋ ਕਿਸੇ ਵਿਚਾਰਵਾਨ ਦੇ ਮਨ 'ਚ ਖਿਆਲ ਪੈਦਾ ਹੋਵੇ, ਮਹਾਰਾਜ ਫਿਰ ਜਨਮ ਕਿਵੇਂ ਸਫਲਾ ਹੋ ਸਕਦਾ ਹੈ। ਦੁਨਿਆਵੀ ਪਦਾਰਥਾਂ ਦੇ ਵਿੱਚ, ਪਰਿਵਾਰ ਵਿੱਚ, ਕੁਟੁੰਬ ਕਬੀਲੇ ਵਿੱਚ ਸੁੱਖ ਨਹੀਂ। ਸੁੱਖ ਕਿਵੇਂ ਮਿਲ ਸਕਦਾ ਹੈ, ਜਨਮ ਕਿਵੇਂ ਸਫਲ ਹੋ ਸਕਦਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਸੁਖੀ ਨਰ ਉਹ ਹੈ ਜਿਹੜਾ RAM ਨਾਮ ਗੁਣ ਗਾਵੇ, ਜਿਹੜਾ ਪਰਮਾਤਮਾ ਦੇ, ਪ੍ਰਭੂ ਦੇ ਗੁਣਾਂ ਨੂੰ ਗਾਉਂਦਾ ਹੈ। RAM ਨਾਮ ਗੁਣ ਗਾਵੇ, ਦੋ ਅਰਥ ਨਿਕਲਣਗੇ। ਗੁਣ ਗਾਉਂਦਾ ਜਿਹੜਾ ਵਾਹਿਗੁਰੂ ਦੇ ਤੇ ਉਹਦੀ ਬੰਦਗੀ ਕਰਦਾ ਹੈ, ਉਹਦਾ ਨਾਮ ਜਪਦਾ ਹੈ, ਉਹ ਸੁਖੀ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਇਹ ਕਹਿੰਦੇ ਬਚਨ, ਉਹ ਸੁਖੀ ਹੁੰਦਾ ਹੈ। ਹੁਣ ਥੋੜੇ ਜਿਹੇ ਬਚਨ ਆਪਾਂ ਸਾਹਿਬ ਦੀ ਬਾਣੀ ਵਿੱਚੋਂ ਵਿਚਾਰੀਏ। ਨਾਮ ਜਪਣ ਵਾਲਾ ਕਿਵੇਂ ਸੁਖੀ ਹੋ ਜਾਂਦਾ ਹੈ? ਜਿਵੇਂ ਇਹ ਕਹਿ ਸਕਦੇ ਹਾਂ ਵੀ ਕਰਮਾਂ ਦੇ ਵਿੱਚ ਸੁਖ ਹੀ ਨਹੀਂ। ਕਰਮ ਵਾਹਿਗੁਰੂ ਨੇ ਲਿਖੇ, ਆਪਾਂ ਨੂੰ ਪਤਾ ਹੈ ਨਾ ਵੀ ਆਪਾਂ ਕਰਮ ਭੋਗ ਰਹੇ ਹਾਂ ਸੰਸਾਰ ਵਿੱਚ। ਕਰਮਾਂ 'ਚ ਸੁਖ ਹੀ ਨਹੀਂ ਲਿਖਿਆ। ਮਾਨੋ ਇਹ ਸਵਾਲ ਖੜਾ ਕਰ ਰਿਹਾ ਮੈਂ ਆਪ ਹੀ, ਕਰਮਾਂ 'ਚ ਤੇ ਸੁਖ ਹੈ ਹੀ ਨਹੀਂ, ਤੇ ਰੱਬ ਦਾ ਨਾਂ ਜਪਣ ਵਾਲਾ ਸੁਖੀ ਕਿਵੇਂ ਹੋ ਜਾਊ? ਇਹਦੇ ਬਾਰੇ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਜੋ ਵਚਨ ਬਖਸ਼ਿਸ਼ ਕੀਤੇ ਹਨ ਉਹ ਇਹ ਹੈ ਵੀ ਤੂੰ ਇਹ ਭੁੱਲਿਆ ਫਿਰਦਾ ਹੈ ਕਰਮ ਕਿੰਨੇ ਲਿਖੇ ਨੇ। ਕਰਮ ਲਿਖਣ ਵਾਲਾ ਵੱਡਾ ਹੈ ਕਿ ਕਰਮ ਵੱਡੇ? ਪਰਮਾਤਮਾ ਦੀ ਬੰਦਗੀ ਕਰ, ਕਰਮ ਤੇਰੇ ਦੁਬਾਰਾ ਵੀ ਮਿਟ ਜਾਣਗੇ। ਔਰ ਸਾਧ ਸੰਗਤ ਐਸੀ ਘਟਨਾ ਵੀ ਮਿਲਦੀ ਹੈ। ਸਲਾਰਦੀਨ ਕਾਜ਼ੀ ਨੇ ਕਿਹਾ ਸੀ ਗੁਰੂ ਕਲਗੀਧਰ ਪਿਤਾ ਨੂੰ, ਉਹ ਸ਼ਰਧਾ ਵਾਲਾ ਸੀ, ਉਹਨੇ ਤਰਕ ਨਹੀਂ ਕੀਤਾ। ਹਿਰਦੇ ਦੀ ਸ਼ੰਕਾ ਨੂੰ ਨਿਵਰਤ ਕਰਨ ਵਾਸਤੇ ਉਹਨੇ ਸਵਾਲ ਕੀਤਾ। ਮਹਾਰਾਜ ਦੇ ਦਰਬਾਰ 'ਚ ਬੈਠਾ ਹੈ ਤੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਕਿਹਾ, ਮਹਾਰਾਜ ਜੀ ਕਿ ਕਿਰਪਾ ਰਹਿਮਤ ਕਰਕੇ ਸਮਝਾਓ, ਮੱਥਾ ਟੇਕਣ ਦਾ ਕੀ ਲਾਭ ਹੈ, ਬੰਦਗੀ ਕਰਨ ਦਾ ਕੀ ਫਾਇਦਾ ਹੈ, ਕਿਉਂਕਿ ਮਿਲਦਾ ਉਹ ਹੈ ਜੋ ਕਰਮਾਂ 'ਚ ਲਿਖਿਆ ਹੁੰਦਾ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਦਾ ਜਵਾਬ ਇਉਂ ਦਿੱਤਾ ਸੀ। ਇੱਕ ਮੋਹਰ ਮਹਾਰਾਜ ਕੋਲ ਜਿਹੜੀ ਹੈ, ਉਹ ਸਲਾਰਦੀਨ ਕਾਜ਼ੀ ਨੂੰ ਕਿਹਾ, ਕਾਜ਼ੀ ਜੀ ਆ ਮੋਹਰ ਜਰਾ ਪੜ੍ਹ ਕੇ ਸੁਣਾਓ। ਹੁਣ ਮੋਹਰ ਦੇ ਆਪ ਨੂੰ ਪਤਾ ਅੱਖਰ ਬੜੇ ਬਰੀਕ ਤੇ ਪੁੱਠੇ ਹੁੰਦੇ ਨੇ, ਪੜ੍ਹਨੀ ਔਖੀ ਹੋ ਗਈ, ਪੜ੍ਹੀ ਨਾ ਜਾਏ। ਮਹਾਰਾਜ ਸਮਝ ਨਹੀਂ ਪੈਂਦੀ। ਸੱਚੇ ਪਾਤਸ਼ਾਹ ਨੇ ਉਹ ਜਿਵੇਂ ਸਟੈਂਪ ਲਾਈ ਦੀ ਹੈ, ਸ਼ਾਹੀ ਲਾ ਕੇ ਉਹਨੂੰ ਕਾਗਜ਼ ਦੇ ਉੱਤੇ ਲਾਇਆ, ਅੱਖਰ ਸਿੱਧੇ ਹੋ ਗਏ। ਮਹਾਰਾਜ ਕਹਿੰਦੇ ਹੁਣ ਸਲਾਰਦੀਨ ਕਾਜ਼ੀ ਨੇ ਪੜ੍ਹ ਕੇ ਸੁਣਾ ਦਿੱਤੇ। ਮਹਾਰਾਜ ਕਹਿੰਦੇ ਠੀਕ ਇਸੇ ਤਰ੍ਹਾਂ ਜੇ ਕਰਮ ਪੁੱਠੇ ਵੀ ਲਿਖੇ ਨੇ, ਭਾਗਾਂ ਦੇ ਵਿੱਚ ਦੁੱਖ ਲਿਖਿਆ, ਸੁੱਖ ਨਹੀਂ ਲਿਖਿਆ, ਜਾਂ ਆਪਾਂ ਸਮਝ ਸਕਦੇ ਹਾਂ ਭਾਗਾਂ ਵਿੱਚ ਸਾਧ ਸੰਗਤ ਖੁਸ਼ੀਆਂ ਨਹੀਂ, ਭਾਗਾਂ ਵਿੱਚ ਧਨ ਨਹੀਂ, ਭਾਗਾਂ ਵਿੱਚ ਕੋਈ ਦੁਨਿਆਵੀ ਚੀਜ਼ ਜਿਹੜੀ ਅਸੀਂ ਮੰਗ ਰਹੇ ਹਾਂ, ਦਿਨ ਰਾਤ ਵਿਲਕ ਰਹੇ ਹਾਂ, ਨਹੀਂ ਹੈ, ਤੇ ਕੀ ਉਹ ਮਿਲ ਸਕਦੀ ਹੈ? ਤੇ ਸੱਚੇ ਪਾਤਸ਼ਾਹ ਮਹਾਰਾਜ ਦਾ ਜਿਹੜਾ ਇਤਿਹਾਸ ਵਿੱਚ ਬਚਨ ਹੈ, ਸਲਾਰਦੀਨ ਕਾਜ਼ੀ ਨੂੰ ਕਹਿੰਦੇ ਮਹਾਰਾਜ, ਸਤਿਗੁਰੂ ਕਹਿੰਦੇ ਨੇ ਜਿਹਦੇ ਮਸਤਕ ਦੇ ਲੇਖ ਪੁੱਠੇ ਹੁੰਦੇ ਨੇ ਕਾਜ਼ੀ,
ਜਦੋਂ ਆਪਣੇ ਉਹ ਗੁਰੂ ਦੇ ਅੱਗੇ ਸੱਚੇ ਦਿਲ ਦੇ ਨਾਲ ਮੱਥਾ ਟੇਕਦਾ ਹੈ ਤੇ ਉਹਦੇ ਮਸਤਕ ਦੇ ਲੇਖ ਵੀ ਸਿੱਧੇ ਹੋ ਜਾਂਦੇ ਨੇ। ਗਰੀਬ ਨਵਾਜ ਦੀ ਪਾਵਨ ਪਵਿੱਤਰ ਬਾਣੀ ਸਾਧ ਸੰਗਤ ਗੁਰੂ ਮਹਾਰਾਜ ਸਾਹਿਬ ਜੀ ਬਚਨ ਕਰਦੇ ਨੇ, ਸਭ ਵਡਿਆਈਆਂ ਹਰ ਨਾਮ ਵਿੱਚ। ਕੀ ਚਾਹੁੰਦਾ ਹੈ? ਵੇਖੋ ਕਿੰਨੀ ਵੱਡੀ ਗੱਲ ਹੈ। ਵਡਿਆਈਆਂ ਦਾ ਮਤਲਬ ਸਾਰੀਆਂ ਜੋ ਵੀ ਕੁਝ ਤੇਰੇ ਮਨ ਵਿੱਚ ਹੈ ਉਹ ਸਭ ਕੁਝ ਤੈਨੂੰ ਮਿਲ ਜਾਏਗਾ, ਕਿਉਂਕਿ ਸਾਹਿਬ ਦਾ ਸੱਚਾ ਘਰ, ਸਾਹਿਬ ਸੱਚਾ ਤੇ ਸਾਹਿਬ ਦਾ ਘਰ ਵੀ ਸੱਚਾ। ਵੱਡੇ ਦੀ ਵਡਿਆਈ ਵੱਡੀ ਹੈ। ਸਾਧ ਸੰਗਤ ਇਹ ਦਰਬਾਰ ਇਸ ਤਰ੍ਹਾਂ ਦਾ ਹੈ, ਗੁਰੂ ਨਾਨਕ ਸਾਹਿਬ ਦਾ ਬਿਆਨ ਤੇ ਨਹੀਂ ਕੀਤਾ ਜਾ ਸਕਦਾ। ਥੋੜੇ ਜਿਹੇ ਅਲਫਾਜ਼ ਕਹਿਣ ਲੱਗਾ। ਵੱਡਾ ਦਰਬਾਰ ਹੈ, ਤਖਤ ਸੱਚਾ ਹੈ ਤੇ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਇਹ ਸੱਚੇ ਪਾਤਸ਼ਾਹ ਦਾ ਦਰਬਾਰ ਹੈ। ਗੁਰੂ ਸਾਹਿਬ ਨੂੰ ਸੱਚਾ ਪਾਤਸ਼ਾਹ ਕਹਿੰਦੇ ਰਹੇ ਗੁਰੂ ਦੇ ਸਿੱਖ। ਅੱਜ ਵੀ ਸੋਝੀ ਵਾਲੇ ਗੁਰੂ ਗ੍ਰੰਥ ਸਾਹਿਬ ਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ, ਜਿਹਦੇ ਘਰ ਵਿੱਚ ਸਭ ਕੁਝ ਹੈ। ਔਰ ਬਚਨ ਆਪਾਂ ਪੜ੍ਹਦੇ ਹਾਂ ਰੋਜ਼ ਆਨੰਦ ਸਾਹਿਬ ਦੀ ਬਾਣੀ। ਸਾਹਿਬ ਕਹਿੰਦੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ। ਸਾਹਿਬਾ ਤੇਰੇ ਘਰ ਵਿੱਚ ਕੀ ਹੈ ਜੋ ਨਹੀਂ ਹੈ? ਮਤਲਬ ਸਭ ਕੁਝ ਹੈ ਤੇਰੇ ਘਰ ਵਿੱਚ, ਐਸਾ ਕੁਝ ਨਹੀਂ ਜੋ ਨਹੀਂ। ਦੁਨਿਆਵੀ ਘਰ 'ਚ ਨਹੀਂ ਹੁੰਦਾ ਸਭ ਕੁਝ। ਤੁਸੀਂ ਆਖੋਗੇ ਅਮੀਰ ਦੇ ਘਰ, ਨਹੀਂ, ਅਮੀਰ ਦੇ ਘਰ ਵੀ ਨਹੀਂ ਹੁੰਦਾ, ਭਾਵੇਂ ਬਿਲੀਅਨਪਤੀ ਹੋਵੇ, ਸਭ ਕੁਝ ਨਹੀਂ ਹੁੰਦਾ। ਕਿਸੇ ਨਾ ਕਿਸੇ ਗੱਲੋਂ ਪਰਮਾਤਮਾ ਉਹਨੂੰ ਸਾਧ ਸੰਗਤ ਖਾਲੀ ਰੱਖਦਾ, ਅਧੂਰਾ ਰੱਖਦਾ। ਵੱਡੇ ਵੱਡੇ ਅਮੀਰਾਂ ਦੀਆਂ ਹਿਸਟਰੀਆਂ ਪੜ੍ਹ ਕੇ ਵੇਖੀਏ, ਬੜਾ ਪੈਸਾ ਹੈ, ਘਰ 'ਚ ਔਲਾਦ ਨਹੀਂ, ਦੁਖੀ ਨੇ, ਔਲਾਦ ਨਹੀਂ ਹੋ ਰਹੀ। ਚਲੋ ਧੀ ਹੋ ਜਾਏ, ਪੁੱਤ ਨਹੀਂ ਤੇ ਜੇ ਔਲਾਦ ਹੋ ਗਈ ਨਕੰਮੀ ਇੰਨੀ ਜ਼ਿਆਦਾ ਹੈ, ਇੰਨੀ ਮਾੜੀ ਹੈ, ਦੁਖੀ ਹੋ ਗਏ ਨੇ ਵੀ ਇਹੋ ਜੀ ਔਲਾਦ ਨਾਲੋਂ ਤੇ ਨਾ ਹੁੰਦੀ ਤੇ ਚੰਗਾ ਸੀ। ਕਿਸੇ ਨਾ ਕਿਸੇ ਗੱਲੋਂ ਪਰਮਾਤਮਾ ਵੱਡੇ ਤੋਂ ਵੱਡੇ ਨੂੰ ਖਾਲੀ ਰੱਖਦਾ ਹੈ। ਦੁਨਿਆਵੀ ਘਰ 'ਚ ਬਹੁਤ ਕੁਝ ਹੋ ਸਕਦਾ ਹੈ, ਸਭ ਕੁਝ ਨਹੀਂ ਹੁੰਦਾ। ਸਾਧ ਸੰਗਤ ਹੋਰ ਤੇ ਹੋਰ ਬੜਾ ਕੁਝ ਹੋਵੇ, ਪਰ ਮਨੁੱਖ ਫਿਰ ਦੁੱਖਾਂ ਤੋਂ ਦੁਖੀ ਹੈ। ਤਰ੍ਹਾਂ ਤਰ੍ਹਾਂ ਦੇ ਦੁੱਖ ਨੇ, ਦੁੱਖਾਂ ਦੀ ਬੜੀ ਲੰਮੀ ਲਿਸਟ ਹੈ, ਜਿਹਦੇ 'ਚ ਦੁਨਿਆਵੀ ਦੁੱਖ ਨੇ। ਜਾਂ ਬੰਦੇ ਨੂੰ ਇਹ ਸਤਾਉਂਦਾ ਰਹਿੰਦਾ ਦੁੱਖ ਮੈਂ ਮਰ ਜਾਣਾ, ਇਹ ਤੇ ਸੱਚਾਈ ਹੈ ਨਾ। ਸਾਧ ਸੰਗਤ ਫਿਰ ਮਰਨੋਂ ਬਾਅਦ, ਫਿਰ ਉਸ ਤੋਂ ਬਾਅਦ ਮੇਰਾ ਹਾਲ ਕੀ ਬਣਨਾ ਹੈ, ਹਰ ਤਰ੍ਹਾਂ ਦਾ ਦੁੱਖ। ਪਰ ਗਰੀਬ ਨਵਾਜ ਕਹਿੰਦੇ ਜਿਹੜਾ ਸੱਚੇ ਦਾ ਘਰ ਹੈ, ਸੱਚੇ ਸਾਹਿਬ ਦਾ ਘਰ, ਉੱਥੇ ਸਭ ਕੁਝ ਹੈ, ਕੁਝ ਐਸਾ ਨਹੀਂ ਜੋ ਨਹੀਂ, ਸਭ ਕੁਝ ਹੈ। ਮਹਾਰਾਜ ਨੇ ਆਖਿਆ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰ ਤਾਂ ਤੇਰਾ ਸਭ ਕਿਛ ਹੈ। ਨਾਲੇ ਮਹਾਰਾਜ ਨੇ ਕੰਡੀਸ਼ਨ ਦੱਸੀ ਹੈ, ਸ਼ਰਤ ਲਾਈ ਹੈ। ਤੇ ਮਹਾਰਾਜ ਕਹਿੰਦੇ ਜਿਸ ਦੇਹ ਸੂ ਪਾਵੇ, ਜਿਹਨੂੰ ਤੂੰ ਦਵੇਂ ਉਹ ਪਾਉਂਦਾ ਹੈ। ਘਰ ਤੇਰੇ ਸਭ ਕੁਝ ਹੀ ਹੈ। ਮਾਤਾ ਸੁਲੱਖਣੀ ਨੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਆਖਿਆ ਮੇਰੀ ਪੀਰੇ ਦੀ ਮਾਲਕਾ, ਮੈਂ ਅਫਾਲਾਂ, ਮੈਨੂੰ ਫਲ ਲਾ ਦੇ। ਮੇਰੀ ਸੁਣੀ ਹੈ ਕੁੱਖ, ਮੇਰੇ ਗਰਭੋਂ ਨਹੀਂ ਪੈਦਾ ਹੋਇਆ ਨਾ ਪੁੱਤਰ ਤੇ ਨਾ ਧੀ, ਬੜੀ ਰੋ ਰਹੀ ਹੈ, ਅੱਖਾਂ ਚੋਂ ਅਥਰੂ ਵਗ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਰ ਕੇ ਨਜ਼ਰ ਉਹਦੇ ਵੱਲ ਵੇਖਿਆ ਤੇ ਆਖਿਆ ਬੀਬਾ ਤੇਰੇ ਭਾਗਾਂ ਵਿੱਚ ਪੁੱਤਰ ਨਹੀਂ, ਤੇਰੇ ਭਾਗਾਂ ਵਿੱਚ ਔਲਾਦ ਨਹੀਂ। ਹੁਣ ਤੇ ਦਿਲ ਹੀ ਟੁੱਟ ਗਿਆ, ਭਾਗਾਂ 'ਚ ਹੀ ਨਹੀਂ। ਪਰ ਸਾਧ ਸੰਗਤ ਜਦੋਂ ਮੁੜ ਰਹੀ ਹੈ ਵਾਪਸ, ਤੇ ਇਤਿਹਾਸ ਇਹ ਕਹਿੰਦਾ ਭਾਈ ਗੁਰਦਾਸ ਸਾਹਿਬ ਨੇ ਆਖਿਆ ਬੀਬਾ ਭਾਗ ਲਿਖਣ ਵਾਲਾ ਤੇ ਉਹ ਹੀ ਹੈ ਜਿਹਨੂੰ ਤੂੰ ਮੱਥਾ ਟੇਕ ਕੇ ਆ ਰਹੀ ਹੈ, ਸਮਝੀ ਨਹੀਂ ਤੂੰ? ਭਾਗ ਲਿਖਣ ਵਾਲਾ ਉਹੀ ਹੈ। ਇਹੀ ਅਸੀਂ ਨਹੀਂ ਸਮਝਦੇ ਕਿ ਨਾਮ ਜਪਿਆ ਸਭ ਕੁਝ ਮਿਲੇਗਾ, ਪਰ ਅਸੀਂ ਨਾਮ ਤੋਂ ਵਿਰਵੇ ਰਹਿੰਦੇ ਹਾਂ। ਨਾਮ ਜਪਿਆ ਕੀ ਹੋਣ ਲੱਗਾ ਹੈ, ਅੰਮ੍ਰਿਤ ਵੇਲਾ ਸਾਂਭਾਂਗੇ ਕੀ ਹੋਣ ਲੱਗਾ ਹੈ। ਪਰ ਬਾਣੀ ਦੇ ਵਿੱਚ ਬੜਾ ਸੁੱਖ ਹੈ, ਬੜਾ ਸੁੱਖ ਹੈ। ਕਰਮ ਬਦਲ ਜਾਂਦੇ, ਸਾਧ ਸੰਗਤ ਤਕਦੀਰਾਂ ਬਦਲ ਜਾਂਦੀਆਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਤਾਂ ਹੀ ਤੇ ਗੁਰੂ ਅਰਜਨ ਸਾਹਿਬ ਨੇ ਆਖਿਆ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਮੈਂ ਗੁਰੂ ਮਾਲਕ ਤੇਰੀ ਸਾਰ ਕਿੱਥੋਂ ਜਾਣ ਲਵਾਂ, ਤੇਰੇ ਬਾਰੇ ਮੈਂ ਕਿੱਥੋਂ ਜਾਣ ਸਕਦਾ। ਬਸ ਮੈਂ ਤੇ ਇੰਨਾ ਸਮਝਦਾ, ਇੰਨਾ ਮੈਂ ਜਾਣਿਆ, ਇਹ ਮੈਂ ਪਾਇਆ ਹੈ, ਇਹ ਮੈਨੂੰ ਪਤਾ ਹੈ। ਕੀ ਸਚਾਈ ਦਾ ਪਤਾ ਹੈ ਕਿ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਹਦੇ ਅਰਥ ਕਰਦੇ ਨੇ ਵਿਦਵਾਨ ਵੀ ਗੁਰੂ ਨਾਨਕ ਸਾਹਿਬ ਨੂੰ ਕਹਿ ਰਹੇ ਨੇ ਗੁਰੂ ਸਾਹਿਬ। ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ, ਜਿਹੜੇ ਰੱਖਣ ਵਾਲੇ ਨੇ, ਆਪ ਪੱਤ ਢੱਕਣ ਵਾਲੇ ਨੇ। ਖੈਰ ਸਾਧ ਸੰਗਤ ਉਹ ਕਿਰਪਾ ਹੋ ਗਈ ਉਹਦੇ ਉੱਪਰ। ਭਾਈ ਸਾਹਿਬ ਨੇ ਉਹਨੂੰ ਸਮਝਾਇਆ। ਅਗਲੇ ਦਿਨ ਫੇਰ ਆਈ ਮਹਾਰਾਜ ਦੇ ਅੱਗੇ
ਤੇ ਜਦੋਂ ਸਨਮੁਖ ਆਈ ਮਹਾਰਾਜ ਮੈਨੂੰ ਪੁੱਤਰ ਦਿਓ, ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਾਤਾ ਤੈਨੂੰ ਕੱਲ ਕਿਹਾ ਸੀ ਬੀਬਾ ਤੇਰੇ ਕਰਮਾਂ 'ਚ ਨਹੀਂ। ਤੇ ਸਾਧ ਸੰਗਤ ਅੱਗੇ ਕਲਮ ਕਰ ਦਿੱਤੀ, ਸਿਆਹੀ ਕਰ ਦਿੱਤੀ, ਕਾਗਜ਼ ਕਰ ਦਿੱਤਾ। ਗੁਰੂ ਦਾਤਾ ਨਹੀਂ ਮੇਰੇ ਕਰਮਾਂ 'ਚ ਲਿਖਿਆ ਤੇ ਹੁਣ ਲਿਖ ਦਿਓ। ਸਾਧ ਸੰਗਤ ਲਿਖਣ ਵਾਲਾ ਤੇ ਉਹ ਹੀ ਹੈ ਨਾ, ਫਿਰ ਲਿਖ ਦਿੱਤਾ ਮਹਾਰਾਜ ਨੇ। ਇੱਥੇ ਫਰੀਮੌਂਟ ਰਹਿੰਦੇ ਨੇ ਭਾਈ ਸਾਹਿਬ, ਉਹ ਉਹਨਾਂ ਦੇ ਵੱਡੇ ਵਡੇਰੇ ਸਨ ਮਾਤਾ ਸੁਲੱਖਣੀ ਜੀ। ਸਾਧ ਸੰਗਤ ਇਸ ਤਰ੍ਹਾਂ ਨਾਲ ਮਾਤਾ ਸੁਲੱਖਣੀ ਦੇ ਕੁੱਖੋਂ 7 ਪੁੱਤਰ ਹੋਏ ਔਰ ਵਡੇਰੀ ਉਮਰ ਦੇ ਸਨ। ਮਹਾਰਾਜ ਨੇ ਬਚਨ ਕੀਤਾ, ਸਾਹਿਬ ਜੀ ਪਵਿੱਤਰ ਬਾਣੀ 'ਚ ਬਚਨ ਬਖਸ਼ਦੇ ਨੇ। ਅੱਜ ਦਾ ਬਚਨ ਉਹਦੇ ਮੁਤਾਬਕ ਸਾਹਿਬ ਜੀ ਕਹਿੰਦੇ ਸਭ ਵਡਿਆਈਆਂ ਹਰ ਨਾਮ ਵਿੱਚ, ਵਾਹਿਗੁਰੂ ਤੇਰੇ ਨਾਮ 'ਚ ਹਰ ਇੱਕ ਤਰ੍ਹਾਂ ਦੀ ਵਡਿਆਈ ਹੈ। ਵਿੱਚ ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਪਾਈਐ। ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਜੇ ਵਿੱਚ ਕਿਹਾ ਨਾ ਮਹਾਰਾਜ ਨੇ, ਜੇ ਦਾ ਮਤਲਬ ਜੇ ਤੂੰ ਨਾਮ ਦੇ ਵਿੱਚ ਚਿੱਤ ਜੋੜੇਗਾ। ਨਾਮ ਸਾਧ ਸੰਗਤ ਬਾਣੀ ਜਿਹੜੀ ਹੈ ਪੜ੍ਹਨੀ ਗੱਲ ਕੁਝ ਹੋਰ ਹੈ, ਤੇ ਇੱਕ ਮਨ ਹੋ ਕੇ ਜਦੋਂ ਮਨ ਅੰਦਰੋਂ ਟਿਕਣ ਲੱਗ ਪਏ ਬਾਣੀ ਦਾ ਜਪ ਕਰਨਾ ਗੱਲ ਕੁਝ ਹੋਰ ਹੈ। ਜਦੋਂ ਤੇਰਾ ਮਨ ਲੱਗਾ ਟਿਕਣ, ਤੇ ਜਿੰਨਾ ਕੁ ਤੂੰ ਟਿਕੇ ਹੋਏ ਮਨ ਨਾਲ ਸਾਹਿਬ ਦੀ ਪਵਿੱਤਰ ਬਾਣੀ ਦਾ ਆਰਾਧਨ ਕੀਤਾ, ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਮੰਗੇਗਾ ਮਿਲੇਗਾ। ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਫਿਰ ਮਹਾਰਾਜ ਕਹਿੰਦੇ ਗੋਹਜ ਗੱਲ ਜੀ ਕੀ ਕੀਚੈ ਸਤਿਗੁਰ ਪਾਸ, ਤਾਂ ਸਰਬ ਸੁਖ ਪਾਈਐ। ਆਪਣੇ ਗੱਲ ਦੀ ਦਿਲ ਦੀ ਗੱਲ ਗੁਰੂ ਅੱਗੇ ਰੱਖ। ਦੁਨੀਆ ਦੇ ਅੱਗੇ ਰੱਖਾਂਗੇ ਦੁਨੀਆ ਮਜ਼ਾਕ ਕਰੇਗੀ, ਮਜ਼ਾਕ ਦੇ ਪਾਤਰ ਬਣ ਜਾਵਾਂਗੇ ਆਪਾਂ। ਪਰ ਜੇ ਗੁਰਾਂ ਦੇ ਅੱਗੇ ਆਪਣੇ ਦਿਲ ਦੀ ਪੀੜ ਰੱਖਾਂਗੇ ਤੇ ਦੁੱਖਾਂ ਨੂੰ ਮਿਟਾਉਣ ਵਾਲੇ ਨੇ, ਸਮਰੱਥਾ ਦੇ ਮਾਲਕ ਨੇ। ਦੁੱਖ ਤਿਸੈ ਪੈ ਆਖੀਐ, ਸੁਖ ਜਿਸੈ ਹੀ ਪਾਸ। ਜਿਹਦੇ ਘਰ ਵਿੱਚ ਸੁੱਖ ਹੈ ਉਹਦੇ ਅੱਗੇ ਦੁੱਖ ਦਾ ਇਜ਼ਹਾਰ ਕਰਨਾ ਚਾਹੀਦਾ, ਆਪਣੇ ਗੁਰੂ ਨੂੰ ਕਹਿਣਾ ਚਾਹੀਦਾ। ਮਹਾਰਾਜ ਕਹਿੰਦੇ ਗੋਹਜ ਗੱਲ ਜੀ ਕੀ ਕੀਚੈ ਸਤਿਗੁਰ ਪਾਸ, ਤਾਂ ਸਰਬ ਸੁਖ ਪਾਈਐ। ਗੁਰਪੂਰਾ ਹਰਿ ਉਪਦੇਸ਼ ਦੇ, ਸਭ ਭੁੱਖ ਲੈ ਜਾਈਐ। ਜਿਸ ਪੂਰਬ ਹੋਵੇ ਲਿਖਿਆ, ਸੋ ਹਰ ਗੁਣ ਗਾਈਐ। ਜਦੋਂ ਕੋਈ ਨਾਮ ਜਪੇਗਾ ਤੇ ਉਹਦੀ ਜ਼ਿੰਦਗੀ ਸੁੱਖਾਂ ਨਾਲ ਭਰ ਜਾਏਗੀ। ਸਾਹਿਬ ਜੀ ਕਹਿ ਰਹੇ ਹਨ ਪਵਿੱਤਰ ਬਚਨ ਕਿ ਕਹੋ ਨਾਨਕ ਸੋਈ ਨਰ ਸੁਖੀਆ, ਜੋ ਕਹੋ ਨਾਨਕ ਸੋਈ ਨਰ ਸੁਖੀਆ। RAM ਨਾਮ ਗੁਣ ਗਾਵੇ, ਔਰ ਸਗਲ ਜਗ ਮਾਇਆ ਮੋਹਿਆ, ਨਿਰਭੈ ਪਦ ਨਹੀਂ ਪਾਵੇ। ਸੁਖੀ ਕਿੰਨਾ ਸੁਖੀ, ਰੱਬ ਦਾ ਨਾਮ ਜਪਣ ਵਾਲਾ। ਸੱਚੇ ਪਾਤਸ਼ਾਹ ਜੀ ਨੇ ਬਾਣੀ ਚ ਆਖਿਆ ਆਗੇ ਸੁਖ ਮੇਰੇ ਮੀਤਾ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਅੱਗੇ ਸੁਖ, ਅੱਗਾ ਜਿਹੜਾ ਉਹ ਸਬਰ ਜਾਂਦਾ ਹੈ, ਪਾਛੇ ਆਨੰਦ ਪ੍ਰਭ ਕੀਤਾ। ਗੁਰੂ ਅਰਜਨ ਸਾਹਿਬ ਦਾ ਇਹ ਬਚਨ, ਉਹਦਾ ਮਤਲਬ ਪਰਲੋਕ ਵੀ ਸੁਖੀ ਤੇ ਜਿਹੜਾ ਸਾਧ ਸੰਗਤ ਲੋਕ ਹੈ ਉਹ ਵੀ ਸੁਖੀ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਨਾਮ ਜਪਣ ਨਾਲ ਦੁਨੀਆ ਦੇ ਸੁੱਖ ਵੀ ਮਿਲਦੇ ਤੇ ਅੱਗਾ ਵੀ ਸਵਰਦਾ ਹੈ। ਇਹ ਸੁੱਖ ਇਹੋ ਜਿਹਾ ਜਿਹੜਾ ਕਦੇ ਨਾਸ ਨਹੀਂ ਹੁੰਦਾ। ਜਿਹੜਾ ਰੱਬ ਦੇ ਗੁਣ ਗਾਉਂਦਾ ਹੈ, ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਹੈ, ਉਹ ਸੁਖੀ ਹੋ ਜਾਂਦਾ ਹੈ। ਬਾਕੀ ਜਿਹੜਾ ਸੰਸਾਰ ਹੈ ਨਾਮ ਜਪਣ ਵਾਲੇ ਤੋਂ ਦੂਜਾ ਸੰਸਾਰ ਜਿਹੜਾ ਦੁਨੀਆ ਦਾ ਹੀ ਸਿਮਰਨ ਕਰਦਾ ਹੈ, ਔਰ ਸਗਲ ਜਗ ਮਾਇਆ ਮੋਇਆ, ਜਿਹੜਾ ਮਾਇਆ ਦੇ ਮੋਹ ਵਿੱਚ ਵਿਚਰਨ ਵਾਲਾ ਹੈ, ਨਿਰਭੈ ਪਦ ਨਹੀਂ ਪਾਵੇ, ਉਹ ਨਿਰਭਉ ਅਵਸਥਾ ਨਹੀਂ ਪ੍ਰਾਪਤ ਕਰ ਸਕਦਾ। ਇਸ ਤਰ੍ਹਾਂ ਉਹਦੇ ਮਨ ਵਿੱਚ ਡਰ ਬਣਿਆ ਰਹਿੰਦਾ ਹੈ, ਸਹਿਸਾ ਬਣਿਆ ਰਹਿੰਦਾ ਹੈ, ਉਹ ਸਹਿਮ ਤੋਂ ਨਹੀਂ ਛੁੱਟ ਸਕਦਾ। ਕਿ ਬੇਅੰਤ ਬੇਅੰਤ ਭੁੱਲਾਂ ਲਈ ਖਿਮਾ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ